ਲੜੀਵਾਰ ਗੁਰ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਸਾਨੂੰ ਦੁਨਿਆਵੀ ਜੀਵਾਂ ਨੂੰ, ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਪਾਓ। ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਪਾਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਜੋ ਅੱਜ ਇਹ ਪਾਵਨ ਬਚਨ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1411 ਦੇ ਉੱਪਰ ਸੁਭਾਏਮਾਨ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਮਨੁੱਖਾ ਜਾਮੇ ਦੇ ਅੰਦਰ ਆਏ ਹੋਏ ਜਿਹੜੇ ਜੀਵ ਨੇ, ਉਹਨਾਂ ਦੀ ਹਾਲਤ ਨੂੰ ਵੇਖ ਕੇ, ਉਹਨਾਂ ਦੇ ਜੀਵਨ ਵੱਲ ਵੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤਾ ਹੈ ਕਿ ਮਨੁੱਖਾ ਜਨਮ ਮਿਲ ਤਾਂ ਗਿਆ, ਪਰ ਇਸ ਮਨੁੱਖਾ ਜਨਮ ਦੀ ਸੋਝੀ ਨਹੀਂ, ਸਮਝ ਨਹੀਂ। ਇਹਦੀ ਸੋਝੀ ਸਮਝ ਨਾ ਹੋਣ ਕਰਕੇ ਅਸੀਂ ਜਿਹੜਾ ਫਲ ਇਸ ਜਨਮ ਦੇ ਵਿੱਚ ਪ੍ਰਾਪਤ ਕਰਨਾ ਸੀ, ਉਸ ਜਨਮ ਨੂੰ ਛੱਡ ਕੇ ਅਸੀਂ ਹੋਰ ਫਲ ਦੀ ਆਸ ਮਨ ਵਿੱਚ ਰੱਖ ਲਈ। ਸਾਰਾ ਜੀਵਨ ਦਾ ਸਫ਼ਰ ਕਰਦਿਆਂ ਬਸ ਦਿਮਾਗ ਵਿੱਚ ਇੱਕੋ ਹੀ ਖਿਆਲ ਰਿਹਾ ਕਿ ਆਹ ਫਲ ਮਿਲ ਜਾਏ, ਇਹ ਫਲ ਮਿਲ ਜਾਏ, ਫਲਾਣਾ ਫਲ ਮਿਲ ਜਾਏ। ਬਸ ਇਸੇ ਹੀ ਫਲ ਦੇ ਚੱਕਰ ਵਿੱਚ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਪਰ ਵਿਰਲੇ ਨੇ ਉਹ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਸਮਝ ਆ ਗਈ ਕਿ ਮਨੁੱਖਾ ਜਨਮ ਦਾ ਅਸਲ ਫਲ ਕਿਹੜਾ ਹੈ। ਪਰ ਇੱਕ ਗੱਲ ਆਪ ਜੀ ਧਿਆਨ ਰੱਖਣਾ, ਸੂਝਵਾਨ ਸਮਝਦਾਰ ਹੋ ਕਿ ਜਿਸ ਚੀਜ਼ ਦੀ ਸਾਨੂੰ ਸਮਝ ਨਾ ਹੋਵੇ, ਜਿਹਦਾ ਸਾਨੂੰ ਗਿਆਨ ਨਾ ਹੋਵੇ, ਜਿਹਦੀ ਸਾਨੂੰ ਸੋਝੀ ਨਾ ਹੋਵੇ, ਅਕਸਰ ਉੱਥੇ ਧੋਖਾ ਹੀ ਹੁੰਦਾ ਹੈ। ਅਕਸਰ ਉੱਥੇ ਧੋਖਾ ਹੀ ਸਾਨੂੰ ਮਿਲਦਾ ਹੈ, ਕਿਉਂਕਿ ਸਾਹਮਣੇ ਵਾਲੇ ਨੂੰ ਪਤਾ ਕਿ ਇਹਨੂੰ ਗਿਆਨ ਨਹੀਂ, ਸੋਝੀ ਨਹੀਂ। ਹੁਣ ਮੈਂ ਜੋ ਇਹਨੂੰ ਦੇ ਦਿਆਂਗਾ ਇਹਨੇ ਉਹਨੂੰ ਹੀ ਸੱਚ ਮੰਨ ਲੈਣਾ ਹੈ, ਔਰ ਜੋ ਮੈਂ ਕਹਿ ਦਿਆਂਗਾ ਉਹਦੇ ਤੇ ਹੀ ਇਹਨੇ ਅਮਲ ਕਰ ਲੈਣਾ ਹੈ। ਪਰ ਜਿਹਨੂੰ ਗਿਆਨ ਹੋਏਗਾ, ਸੋਝੀ ਹੋਏਗੀ,
ਉਹ ਆਖੇਗਾ ਕਿ ਤੂੰ ਮੈਨੂੰ ਮੂਰਖ ਨਾ ਬਣਾ, ਤੇਰੀਆਂ ਇਹਨਾਂ ਗੱਲਾਂ ਦੇ ਵਿੱਚ ਮੈਂ ਆਉਣ ਵਾਲਾ ਨਹੀਂ। ਕਿਉਂ? ਕਿਉਂਕਿ ਮੈਨੂੰ ਸੱਚ ਔਰ ਝੂਠ ਦਾ ਪਤਾ ਹੈ। ਹੁਣ ਜਿਹਨੂੰ ਆਪਣੇ ਜੀਵਨ ਦੇ ਅਸਲ ਫਲ ਦਾ ਪਤਾ ਹੋਏਗਾ, ਉਹ ਕਦੇ ਵੀ ਨਾਸ਼ਵੰਤ ਜਿਹੜੇ ਫਲ ਨੇ ਜਾਂ ਜਿਹੜੇ ਸਾਨੂੰ ਭਰਮ ਦੇ ਵਿੱਚ ਪਾ ਕੇ ਸਾਨੂੰ ਫਲ ਦਿੱਤੇ ਗਏ ਨੇ, ਉਹ ਕਦੇ ਵੀ ਉਸ ਭਰਮ ਦੇ ਜਾਲ ਵਿੱਚ ਨਹੀਂ ਫਸਦਾ। ਸਾਡੇ ਵਿੱਚ ਤਾਂ ਇੰਨੀ ਗਿਰਾਵਟ ਜਿਹੜੀ ਹੈ ਉਹ ਲਿਆਂਦੀ ਗਈ ਕਿ ਜੇ ਅਸੀਂ ਧੀਆਂ ਪੁੱਤਰਾਂ ਦਾ ਫਲ ਵੀ ਜੇ ਚਾਹੁੰਦੇ ਹਾਂ, ਜੇ ਕਿਸੇ ਦੇ ਘਰ ਕੁਝ ਸਮਾਂ ਪਾ ਕੇ ਔਲਾਦ ਨਹੀਂ ਹੋਈ, ਤਾਂ ਸਾਨੂੰ ਇਹ ਵੀ ਭਰਮ ਪਾ ਦਿੱਤਾ ਕਿ ਤੂੰ ਫਲਾਣੇ ਥਾਂ ਤੇ ਜਾ, ਉੱਥੇ ਦਾ ਜਿਹੜਾ ਬਾਬਾ ਹੈ ਉਹ ਤੇਰੀ ਝੋਲੀ ਵਿੱਚ ਕੋਈ ਫਲ ਫਰੂਟ ਪਾ ਦੇਗਾ, ਤਾਂ ਤੇਰੇ ਜੀਵਨ ਵਿੱਚ ਜਿਹੜਾ ਫਲ ਤੈਨੂੰ ਚਾਹੀਦਾ ਉਹ ਮਿਲ ਜਾਏਗਾ। ਅਸੀਂ ਇੱਥੇ ਤੱਕ ਵੀ ਸਾਡੀ ਗਿਰਾਵਟ ਆ ਗਈ। ਉਹ ਇੱਕ ਭਰਮ ਸੀ, ਕਿਉਂਕਿ ਅਸੀਂ ਅਸਲ ਫਲ ਤੋਂ ਵਾਂਝੇ ਸਾਂ। ਨਾ ਗਿਆਨ ਨਾ ਸਮਝ ਹੋਣ ਕਰਕੇ ਅਸੀਂ ਚਲੇ ਗਏ ਬਾਹਰ, ਝੋਲੀ ਵਿੱਚ ਫਲ ਪਾ ਦਿੱਤਾ, ਕੁਝ ਕੇਲੇ ਕੁਝ ਸੇਬ ਪਾਤੇ, ਅਸੀਂ ਬੜੇ ਖੁਸ਼ ਹੋ ਕੇ ਘਰ ਆ ਗਏ। ਘਰ ਆ ਕੇ ਅਸੀਂ ਉਹਦੇ ਉੱਤੇ ਵਿਸ਼ਵਾਸ ਭਰੋਸਾ ਜਿਹੜਾ ਸੀ ਉਹ ਕਰ ਬੈਠੇ। ਪਰ ਮਹਾਰਾਜ ਜੀ ਕਹਿੰਦੇ ਇਹ ਤਾਂ ਹੋਇਆ ਤੈਨੂੰ ਗਿਆਨ ਨਹੀਂ ਸੀ, ਤੈਨੂੰ ਸਮਝ ਨਹੀਂ ਸੀ। ਅੱਜ ਸਮਾਜ ਵਿੱਚ ਦੇਖਣ ਨੂੰ ਮਿਲਦਾ ਹੈ, ਹਰ ਕਦਮ ਤੇ ਧੋਖਾ ਹੈ। ਹਰ ਕਦਮ ਦੇ ਉੱਤੇ ਤੁਹਾਨੂੰ ਕੋਈ ਭੁਲੇਖਾ ਪਾਉਣ ਵਾਸਤੇ ਬੈਠਾ ਹੈ, ਹਰ ਕਦਮ ਤੇ ਤੁਹਾਨੂੰ ਕੋਈ ਧੋਖਾ ਦੇਣ ਵਾਸਤੇ ਬੈਠਾ ਹੈ। ਪਰ ਜਿਨ੍ਹਾਂ ਕੋਲ ਗਿਆਨ ਹੁੰਦਾ ਹੈ ਉਹ ਕਦੇ ਧੋਖਾ ਨਹੀਂ ਖਾਂਦੇ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਜਨਮ ਦਾ ਫਲ ਕੋਈ ਹੋਰ ਸੀ, ਅਸੀਂ ਫਲ ਕੋਈ ਹੋਰ ਹੀ ਲਈ ਜਾਂਦੇ ਹਾਂ। ਅਸੀਂ ਨਾਸ਼ਵੰਤ ਜਿਹੜੇ ਫਲ ਨੇ, ਜਿਹੜੇ ਨਾਸ਼ ਹੋ ਜਾਣ ਵਾਲੇ, ਜਿਨ੍ਹਾਂ ਦਾ ਰਸ ਮੁੱਕ ਜਾਣ ਵਾਲਾ ਹੈ, ਸੁੱਕ ਜਾਣ ਵਾਲਾ ਹੈ, ਅਸੀਂ ਸਿਰਫ ਉਹੀ ਫਲ ਦੀ ਆਸ ਮਨ ਵਿੱਚ ਰੱਖੀ ਹੈ। ਤੇ ਕਈ ਬੜੇ ਖੁਸ਼ ਹੋ ਕੇ ਕਹਿੰਦੇ ਵੀ ਨੇ ਕਿ ਮੈਂ ਤਾਂ ਜ਼ਿੰਦਗੀ ਵਿੱਚ ਬਹੁਤ ਫਲ ਪ੍ਰਾਪਤ ਕਰ ਲਏ, ਮੈਨੂੰ ਤੇ ਹਰ ਪ੍ਰਕਾਰ ਦਾ ਫਲ ਮਿਲ ਗਿਆ। ਪੁੱਛਿਆ ਕਿਹੜਾ? ਕਹਿਣ ਲੱਗੇ ਧੀਆਂ ਪੁੱਤਰ ਮਿਲ ਗਏ, ਸੋਹਣਾ ਘਰ ਰਹਿਣ ਵਾਸਤੇ ਮਿਲ ਗਿਆ, ਸੋਹਣਾ ਕਾਰੋਬਾਰ ਜਿਹੜਾ ਸੀ ਇਹ ਮੇਰਾ ਹੋ ਗਿਆ, ਧਨ ਸੰਪਤੀ ਮੈਂ ਜਿਹੜੀ ਹੈ ਉਹ ਜਮ੍ਹਾਂ ਕਰ ਲਈ ਹੈ। ਅਸੀਂ ਸਿਰਫ ਇਹਨੂੰ ਹੀ ਫਲ ਮੰਨੀ ਬੈਠੇ ਹਾਂ ਕਿ ਇਹੀ ਅਸਲ ਫਲ ਹੈ, ਜਦ ਕਿ ਇੱਥੇ ਗੱਲ ਹੋ ਰਹੀ ਹੈ ਜਨਮ ਦਾ ਫਲ ਕਿਹੜਾ ਹੈ। ਜੋ ਮਨੁੱਖਾ ਜਨਮ ਮਿਲਿਆ ਹੈ, ਪਿਛਲੇ ਦਿਨੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਜਿਹੜੇ ਕਰਮ ਅਸੀਂ ਸਰੀਰਕ ਤਲ ਉੱਤੇ ਕਰ ਰਹੇ ਹਾਂ, ਰੋਟੀ ਕੱਪੜਾ ਮਕਾਨ, ਇਹ ਤਾਂ ਜੇ ਵੇਖਿਆ ਜਾਏ ਤੇ ਬਾਕੀਆਂ ਦੀਆਂ ਜਿਹੜੀਆਂ ਜੂਨਾਂ ਨੇ, ਮਨੁੱਖਾ ਜਨਮ ਤੋਂ ਹਟ ਕੇ ਜਿਹੜੀਆਂ ਜੂਨਾਂ ਨੇ, ਕਿ ਉਹਨਾਂ ਨੂੰ ਖਾਣ ਵਾਸਤੇ ਦਾਣੇ ਨਹੀਂ ਮਿਲਦੇ, ਕਿ ਉਹਨਾਂ ਨੂੰ ਰਹਿਣ ਵਾਸਤੇ ਘਰ ਤੇ ਉਹ ਵੀ ਆਪਣਾ ਬਣਾ ਲੈਂਦੇ ਰਹਿਣ ਵਾਸਤੇ, ਉਹ ਵੀ ਉਹਨਾਂ ਦਾ ਵੀ ਆਪਣਾ ਇੱਕ ਪਰਿਵਾਰ ਹੈ, ਪਸ਼ੂਆਂ ਦਾ ਪਰਿਵਾਰ ਹੈ, ਪੰਛੀਆਂ ਦਾ ਆਪਣਾ ਇੱਕ ਪਰਿਵਾਰ ਹੈ, ਜਾਨਵਰਾਂ ਦਾ ਆਪਣਾ ਇੱਕ ਪਰਿਵਾਰ ਹੈ। ਇਹ ਫਲ ਤਾਂ ਸਾਰਿਆਂ ਨੂੰ ਹੀ ਪ੍ਰਾਪਤ ਹੋ ਰਿਹਾ ਹੈ, ਪਰ ਮਨੁੱਖਾ ਜਨਮ ਦਾ ਫਲ ਕੀ ਸੀ? ਮਨੁੱਖ ਜਨਮ ਦਾ ਫਲ ਸੀ ਪਰਮੇਸ਼ਵਰ ਦੀ ਪ੍ਰਾਪਤੀ। ਆਹ ਫਲ ਲੈਣ ਵਾਸਤੇ ਅਸੀਂ ਆਏ ਹਾਂ, ਔਰ ਇਸੇ ਫਲ ਦੇ ਚੱਕਰ ਦੇ ਵਿੱਚ ਇੰਨੇ ਜਨਮ ਭਟਕਦੇ ਰਹੇ ਹਾਂ। ਫਲ ਦੇਣ ਵਾਲੇ ਬਹੁਤ ਮਿਲੇ, ਪਰ ਆਹ ਫਲ ਨਹੀਂ ਮਿਲਿਆ ਜਿਹੜਾ ਸਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਵਾਲਾ ਚਾਹੀਦਾ ਸੀ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਮਿਲਣ, ਉਹ ਜਿਹੜਾ ਗੋਬਿੰਦ ਦਾ ਮਿਲਾਪ ਹੈ, ਇਹ ਅਸਲ ਫਲ ਹੈ ਸਾਡਾ। ਜਿਸ ਫਲ ਦੀ ਪ੍ਰਾਪਤੀ ਵਿੱਚ ਸਾਡਾ ਜਨਮ ਸਫਲ ਹੋ ਜਾਏ, ਸਾਡਾ ਇਹ ਜਨਮ ਜਿਹੜਾ ਇਹ ਲੇਖੇ ਵਿੱਚ ਲੱਗ ਜਾਏ, ਤੇ ਉਹ ਇੱਕੋ ਹੀ ਫਲ ਹੈ, ਉਹ ਹੈ ਪ੍ਰਭੂ ਦੀ ਪ੍ਰਾਪਤੀ, ਪਰਮੇਸ਼ਵਰ ਦੀ ਪ੍ਰਾਪਤੀ। ਆਤਮਿਕ ਤਲ ਉਤੇ ਅਸੀਂ ਸਰੀਰਕ ਤਲ ਤੇ ਜੀਣ ਵਾਲੇ ਹਾਂ, ਸਰੀਰਕ ਤਲ ਤੇ ਜੋ ਫਲ ਚਾਹੀਦਾ ਹੈ, ਸਾਡੀ ਦੌੜ ਉਸੇ ਪਾਸੇ ਲੱਗੀ ਹੈ।
ਸਾਡੇ ਦਿਮਾਗ ਵਿੱਚ ਹਰ ਵੇਲੇ ਫੁਰਨੇ ਵੀ ਉਸੇ ਫਲ ਦੇ ਹੀ ਬਣਦੇ ਰਹਿੰਦੇ ਨੇ। ਇਹ ਫਲ ਕਿਵੇਂ ਮਿਲੇਗਾ, ਆਹ ਫਲ ਕਿਵੇਂ ਮਿਲੇਗਾ, ਕਿਉਂਕਿ ਅਸੀਂ ਸੰਸਾਰੀ ਹਾਂ, ਸੰਸਾਰ ਦੇ ਤਲ ਤੇ ਜਿਉਣ ਵਾਲੇ ਹਾਂ। ਨਾਸ਼ਵੰਤ ਪਦਾਰਥਾਂ ਦੀ ਆਸ ਮਨ ਵਿੱਚ ਰੱਖੀ ਹੋਈ ਹੈ। ਜਦੋਂ ਤੁਸੀਂ ਮਾਨਸਿਕ ਮੰਡਲ ਦੇ ਵਿੱਚ ਆਧਿਆਤਮਕ ਤਲ ਤੇ ਜੁੜਨ ਦਾ ਯਤਨ ਕਰੋਗੇ, ਫਿਰ ਸਮਝ ਵਿੱਚ ਆਏਗੀ ਕਿ ਇੱਕੋ ਹੀ ਫਲ ਚਾਹੀਦਾ ਗੋਬਿੰਦ ਨੂੰ ਮਿਲਣ ਦਾ, ਪਰਮੇਸ਼ਵਰ ਦੇ ਮਿਲਾਪ ਦਾ। ਉੱਥੇ ਫਿਰ ਇੱਕੋ ਹੀ ਅਰਦਾਸ ਹੁੰਦੀ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ, ਦਰਸ਼ਨ ਦੇਖੈ। ਜਿਹੜਾ ਇਹ ਵਿਛੋੜਾ ਹੈ ਇਹ ਮਿਲਾਪ ਵਿੱਚ ਬਦਲ ਜਾਏ, ਬਸ ਇਹੀ ਫਲ ਚਾਹੀਦਾ ਹੈ। ਤੇ ਜਿਹਨੂੰ ਸਮਝ ਆ ਗਈ ਉਹਨੇ ਆਖਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੂ। ਪਹਿਲਾਂ ਠੀਕ ਹੈ, ਨਹੀਂ ਸੀ ਸਮਝ, ਨਹੀਂ ਸੀ ਗਿਆਨ, ਪਹਿਲੇ ਹੋਰ ਫਲ ਹੀ ਜਿਹੜਾ ਸੀ ਮੈਂ ਮੰਗਦਾ ਰਿਹਾ, ਹੋਰ ਫਲ ਹੀ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਮਕਸਦ ਵੀ ਇਹੀ ਸੀ ਕਿ ਅਸੀਂ ਇਸ ਫਲ ਨੂੰ ਪਾਉਣਾ ਚਾਹੁੰਦੇ ਹਾਂ, ਪਰ ਨਾ ਸਮਝ ਹੋਣ ਕਰਕੇ ਜਿੰਨੀ ਵਾਰ ਆਏ ਅਸੀਂ ਬਾਹਰ ਦਾ ਫਲ ਹੀ ਮੰਗਣ ਲਈ ਆਏ। ਪਰ ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਦਾ ਮਨੁੱਖਾ ਜਨਮ ਕਿਸ ਵਾਸਤੇ ਮਿਲਿਆ, ਉਹ ਫਲ ਦੀ ਪ੍ਰਾਪਤੀ ਲਈ ਆਏ, ਉਹਨਾਂ ਦਾ ਆਉਣਾ ਮੁਬਾਰਕ ਹੈ। ਮੁਬਾਰਕ ਸਾਰਿਆਂ ਦਾ ਹੀ ਆਉਣਾ ਹੈ, ਪਰ ਉਹਨਾਂ ਦੀ ਮੰਗ ਮੁਬਾਰਕ ਹੈ ਜਿਨ੍ਹਾਂ ਨੇ ਆਖਿਆ ਵੀ ਇਹ ਜਨਮ ਤੁਮਾਰੇ ਲੇਖੇ, ਆਹ ਫਲ ਚਾਹੀਦਾ ਹੈ। ਜਦੋਂ ਤੱਕ ਸਮਝ ਨਹੀਂ ਸੀ, ਜਿੰਨੀ ਵਾਰ ਵੀ ਗੁਰੂ ਦਰ ਤੇ ਆਏ ਉਹਨਾਂ ਚਿਰ ਬਾਹਰ ਦਾ ਫਲ ਹੀ ਮੰਗਦੇ ਰਹੇ। ਅੱਜ ਆਹ ਚਾਹੀਦਾ, ਕੱਲ ਇਹ ਚਾਹੀਦਾ, ਪਰਸੋਂ ਇਹ ਚਾਹੀਦਾ। ਇੱਕ ਫਲ ਦੀ ਪ੍ਰਾਪਤੀ ਹੋਈ, ਹੁਣ ਦੂਜਾ ਚਾਹੀਦਾ, ਦੂਜੇ ਦੀ ਹੋਈ ਤੀਜਾ ਚਾਹੀਦਾ, ਤੀਜੇ ਦੀ ਹੋਈ ਚੌਥਾ, ਸਾਰੀ ਉਮਰ ਹੀ ਇਸ ਤਰ੍ਹਾਂ ਲੰਘ ਗਈ। ਪਰ ਹੁਣ ਜਾ ਕੇ ਜਦੋਂ ਸਮਝ ਆਈ, ਗਿਆਨ ਮਿਲਿਆ, ਤੇ ਹੁਣ ਬੇਨਤੀ ਇਹ ਹੈ ਕਿ ਮੈਂ ਕਿਆ ਮੰਗੂ, ਕਿਛ ਥਿਰ ਨਾ ਰਹਾਈ। ਹੁਣ ਇੱਕੋ ਹੀ ਫਲ ਚਾਹੀਦਾ ਹੈ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਬਸ ਇਹ ਨਾਮ ਦੀ ਦਾਤ ਦੇ ਦਿਓ, ਜਿਹਦੇ ਵਿੱਚ ਇਹ ਵਿਛੋੜੇ ਨੇ ਮਿਲਾਪ ਵਿੱਚ ਬਦਲਣਾ, ਜਿਹਦੇ ਵਿੱਚ ਗੋਬਿੰਦ ਪਰਮੇਸ਼ਵਰ ਦੀ ਪ੍ਰਾਪਤੀ ਹੈ। ਆਹ ਫਲ ਨਾਮ ਦਾ ਮੈਨੂੰ ਦੇ ਦਿਓ, ਕਿਉਂਕਿ ਹੁਣ ਸਮਝ ਆ ਗਈ ਕਿ ਵਿਣ ਤੁਧ ਹੋਰ, ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਜਿੰਨੇ ਵੀ ਹੁਣ ਤੱਕ ਫਲ ਆਪਾਂ ਸੁੱਖ ਦੇ ਮੰਗੇ ਨੇ, ਕਦੇ ਝਾਤ ਮਾਰ ਕੇ ਵੇਖਿਓ ਕਿ ਉਹ ਦੁਖਦਾਈ ਨਹੀਂ ਕਿਤੇ ਬਣਿਆ, ਕਿਤੇ ਨਾ ਕਿਤੇ ਉਹ ਦੁਖਦਾਈ ਹੀ ਬਣਿਆ ਹੈ। ਪਰ ਹੁਣ ਉਹ ਫਲ ਚਾਹੀਦਾ ਜਿਹੜਾ ਸੁਖਦਾਈ ਹੋਵੇ। ਮੈਂ ਕਿਆ ਮੰਗੂ, ਦੂਜੇ ਪਾਸੇ ਕਹਿ ਰਹੇ ਨੇ ਵਿਣ ਤੁਧ ਹੋਰ, ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸਾਹਿਬ ਜੀ ਕਹਿੰਦੇ ਆਹ ਫਲ ਜਿਹਨੂੰ ਪ੍ਰਾਪਤ ਹੋ ਗਿਆ ਨਾ, ਉਹਦੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਹੀ ਮੁੱਕ ਜਾਂਦੇ। ਔਰ ਦੂਜੀ ਗੱਲ ਇਹ ਹੈ ਕਿ ਸਾਡੇ ਭਰਮ ਐਸਾ ਪਿਆ ਕਿ ਜਿਹੜਾ ਫਲ ਅਸੀਂ ਜੀਵਦਿਆਂ ਪਾਉਣਾ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਉਹ ਫਲ ਮਰਨ ਤੋਂ ਬਾਅਦ ਚਾਹੀਦਾ। ਇਹ ਵੀ ਭੁਲੇਖਾ ਸਾਡੇ ਮਨ ਵਿੱਚ ਹੈ ਕਿ ਅਸੀਂ ਕਹਿੰਦੇ ਹਾਂ ਵੀ ਮਰਨ ਤੋਂ ਬਾਅਦ ਪਰਮੇਸ਼ਵਰ ਦੇ ਚਰਨਾਂ ਵਿੱਚ ਜਿਹੜਾ ਜਾ ਕੇ ਬਿਰਾਜਾਂਗੇ। ਔਰ ਸਾਡੀ ਕਿਤੇ ਨਾ ਕਿਤੇ ਅਰਦਾਸ ਵੀ ਜਿਹੜੀ ਹੈ ਨਾ, ਉਹ 100 ਵਿੱਚੋਂ ਤੁਸੀਂ 99% ਅਰਦਾਸ ਜਿਹੜੀ ਹੈ ਉਹ ਸਾਡੀ ਇਹ ਹੈ ਕਿ ਅਸੀਂ ਇੱਕ ਪਾਸੇ ਕਹਿ ਰਹੇ ਹਾਂ ਕਿ ਪ੍ਰਾਣੀ ਸਰੀਰਕ ਚੋਲਾ ਜਿਹੜਾ ਹੈ ਉਹ ਛੱਡ ਕੇ ਤੁਹਾਡੇ ਚਰਨਾਂ ਵਿੱਚ ਜਾ ਬਿਰਾਜਿਆ। ਧਿਆਨ ਦੇਣਾ ਸ਼ਬਦਾਂ ਵੱਲ, ਜਾ ਬਿਰਾਜਿਆ। ਤੇ ਦੂਜੇ ਪਾਸੇ ਕਹਿ ਰਹੇ ਹਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ। ਅਸੀਂ ਆਪਣੇ ਬੋਲਾਂ ਤੇ ਹੀ ਖਰੇ ਨਹੀਂ ਉਤਰੇ। ਜਿਹੜਾ ਜਾਈ ਬਿਰਾਜਿਆ ਉਹਨੂੰ ਫਿਰ ਦੁਬਾਰਾ ਚਰਨਾਂ ਵਿੱਚ ਜਿਹੜਾ ਉਹ ਲੀਨ ਕਰਨ ਲਈ ਸਾਨੂੰ ਬੇਨਤੀ ਕਰਨ ਦੀ ਲੋੜ ਹੀ ਨਹੀਂ, ਜ਼ਰੂਰਤ ਹੀ ਨਹੀਂ, ਕਿਉਂਕਿ ਅਸੀਂ ਕਹਿ ਦਿੱਤਾ ਵੀ ਉਹ ਤੁਹਾਡੇ ਚਰਨਾਂ 'ਚ ਜਾ ਬਿਰਾਜਿਆ। ਤੇ ਜਿਹੜਾ ਜੀਵ ਮਾਲਕ ਦੇ ਚਰਨਾਂ ਵਿੱਚ ਜਾ ਕੇ ਬਿਰਾਜਮਾਨ ਲੀਨ ਹੀ ਹੋ ਗਿਆ, ਉਹਦੇ ਵਾਸਤੇ ਤਾਂ ਫਿਰ ਕੁਝ ਰਹਿ ਹੀ ਨਹੀਂ ਜਾਂਦਾ।
ਕੋਈ ਅਰਦਾਸ ਕੋਈ ਪਾਠ ਰਹਿ ਨਹੀਂ ਜਾਂਦਾ ਉਹਦੇ ਪਰਥਾਏ। ਇਹ ਕਿਉਂ ਹੈ? ਕਿਉਂਕਿ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ। ਸਾਡੀ ਅਰਦਾਸ ਇਹ ਹੋਣੀ ਚਾਹੀਦੀ ਹੈ ਕਿ ਫਲਾਣਾ ਸਰੀਰਕ ਚੋਲਾ ਤਿਆਗ ਗਿਆ, ਜਿਹੜੀ ਜਿੰਦ ਇਸ ਸਰੀਰ ਚੋਂ ਵਿਛੜੀ ਹੈ ਨਾ, ਤੁਸੀਂ ਕਿਰਪਾ ਕਰਿਓ ਕਿਤੇ ਉਹਨੂੰ ਤੁਹਾਡੇ ਚਰਨਾਂ ਵਿੱਚ ਨਿਵਾਸ ਮਿਲ ਜਾਏ। ਸਾਡੀ ਅਰਦਾਸ ਇਹ ਹੋਣੀ ਚਾਹੀਦੀ ਹੈ, ਪਰ ਅਸੀਂ ਪਹਿਲਾਂ ਹੀ ਮੋਹਰ ਲਾ ਦਿੰਦੇ ਹਾਂ ਕਿ ਉਹ ਤੁਹਾਡੇ ਚਰਨਾਂ 'ਚ ਜਾ ਬਿਰਾਜਿਆ। ਇੱਥੇ ਫਿਰ ਅਸੀਂ ਗਲਤ ਹੋ ਜਾਾਂਗੇ। ਦੂਜੀ ਗੱਲ, ਗੁਰਬਾਣੀ ਜੀਵਨ ਮੁਕਤ ਦੀ ਗੱਲ ਕਰਦੀ ਹੈ, ਮਰਨ ਮੁਕਤ ਦੀ ਨਹੀਂ। ਸਭ ਕਹਿੰਦੇ ਤੂੰ ਜੀਵਦਿਆਂ ਮੁਕਤ ਹੋ, ਜੀਵਦਿਆਂ ਉਹਦੇ ਵਿੱਚ ਆਤਮਿਕ ਤਲ ਤੇ ਲੀਨ ਹੋਣ ਵਾਸਤੇ ਆ ਫਲ ਜਿਹੜਾ ਤੈਨੂੰ ਚਾਹੀਦਾ ਉਹ ਲੈ। ਤੇ ਹੁਣ ਤੱਕ ਤੂੰ ਪਤਾ ਨਹੀਂ ਕਿੰਨੇ ਫਲ ਪ੍ਰਾਪਤ ਕਰ ਲਏ, ਪਰ ਜਿੰਨੇ ਵੀ ਕੀਤੇ ਉਹ ਗਿਣਤੀ 'ਚ ਨਹੀਂ ਆਉਣੇ। ਜਿੰਨੇ ਵੀ ਫਲ ਹੁਣ ਤੱਕ ਅਸੀਂ ਇਕੱਠੇ ਕੀਤੇ ਨੇ ਜ਼ਿੰਦਗੀ ਦੇ ਵਿੱਚ, ਜਦੋਂ ਦੀ ਹੋਸ਼ ਸੰਭਾਲੀ ਹੈ, ਤਾਂ ਬਾਹਰ ਦਾ ਅੰਦਾਜ਼ਾ ਹੀ ਲਾਵਾਂਗੇ ਵੀ ਮੈਂ ਇੰਨੀ ਜ਼ਮੀਨ, ਇੰਨੀ ਸੰਪਤੀ, ਇੰਨਾ ਧਨ, ਇੰਨਾ ਕਾਰੋਬਾਰ, ਇੰਨੇ ਧੀਆਂ ਪੁੱਤਰ, ਮੈਂ ਆ ਸਾਰਾ ਫਲ ਜਿਹੜਾ ਇਹ ਸਭ ਕੁਝ ਮੈਂ ਬਣਾਇਆ ਔਰ ਫਲ ਪ੍ਰਾਪਤ ਕੀਤਾ। ਪਰ ਮਹਾਰਾਜ ਕਹਿੰਦੇ ਇਹ ਤਾਂ ਤੇਰੀ ਗਿਣਤੀ 'ਚ ਹੀ ਨਹੀਂ ਆਉਣੇ। ਇਹ ਕਿਸੇ ਗਿਣਤੀ ਨਹੀਂ, ਮਨੁੱਖਾ ਜਨਮ ਦੇ ਵਿੱਚ ਇਹ ਕਿਸੇ ਗਿਣਤੀ 'ਚ ਨਹੀਂ ਆਉਣੇ, ਕਿਉਂਕਿ ਗਿਣਤੀ ਵਿੱਚ ਉਹ ਆਉਣਾ ਜਿਹੜਾ ਫਲ ਤੂੰ ਲੈਣ ਵਾਸਤੇ ਆਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਜਿਹੜਾ ਲਾਹਾ ਤੂੰ ਲੈਣ ਆਇਆ। ਤੇ ਉਹ ਫਲ ਕਿਹੜਾ ਸੀ? ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਉਹ ਸੱਜਣ ਦਾ ਪ੍ਰਗਟ ਹੋਣਾ ਹੀ ਸਾਡਾ ਅਸਲ ਫਲ ਸੀ। ਤੇ ਹੁਣ ਤੱਕ ਜੇ ਸੱਜਣ ਹੀ ਪ੍ਰਗਟ ਨਹੀਂ ਹੋਇਆ ਸਾਡੇ ਹਿਰਦੇ ਦੇ ਅੰਦਰ, ਉਹਦੇ ਨਾਮ ਦਾ ਰਸ ਹੀ ਨਹੀਂ ਸਾਨੂੰ ਮਿਲਿਆ, ਤੇ ਫਿਰ ਆ ਜਿੰਨੇ ਵੀ ਫਲ ਹੁਣ ਤੱਕ ਮਿਲੇ ਨੇ ਸਾਰੇ ਹੀ ਬੇਕਾਰ ਨੇ, ਬੇਅਰਥ ਨੇ। ਕਿਉਂ? ਕਿਉਂਕਿ ਇਹ ਗਿਣਤੀ ਵਿੱਚ ਹੀ ਨਹੀਂ ਆਉਂਦੇ। ਤੇ ਜਿਹੜੀ ਗਿਣਤੀ ਵਿੱਚ ਹੀ ਨਹੀਂ ਆਏ, ਜਿਸ ਦਿਨ ਤੁਹਾਨੂੰ ਸਾਨੂੰ ਇਹ ਗੱਲ ਸਮਝ ਆ ਜਾਏਗੀ, ਆਪਾਂ ਸਾਰੇ ਇੱਥੇ ਸਮਝਣ ਹੀ ਆਏ ਆ, ਜਦੋਂ ਸਾਨੂੰ ਸਾਰਿਆਂ ਨੂੰ ਗੱਲ ਸਮਝ ਆ ਜਾਏਗੀ ਕਿ ਹੁਣ ਤੱਕ ਮੈਂ ਜੋ ਇਕੱਠਾ ਕੀਤਾ ਉਹ ਗਿਣਤੀ ਵਿੱਚ ਹੀ ਨਹੀਂ ਹੈ, ਉਸ ਦਿਨ ਫਿਰ ਮਨ ਨੂੰ ਬਹੁਤ ਵੱਡਾ ਇੱਕ ਝਟਕਾ, ਹਲੂਣਾ ਜਿਹਾ ਮਿਲੇਗਾ ਕਿ ਮਨਾ ਇੰਨੀ ਮਿਹਨਤ ਮਸ਼ੱਕਤ ਕੀਤੀ, ਇੰਨਾ ਕੁਝ ਇਕੱਠਾ ਕੀਤਾ, ਪਰ ਗਿਣਤੀ ਵਿੱਚ ਹੀ ਨਹੀਂ ਹੈ। ਹਾਂ, ਇੱਕ ਕਰਮ ਐਸਾ ਕਰ ਲੈਂਦੇ ਤੇ ਸਭ ਕੁਝ ਗਿਣਤੀ ਵਿੱਚ ਆ ਜਾਂਦਾ, ਸਭ ਕੁਝ ਪ੍ਰਵਾਨ ਹੋ ਜਾਂਦਾ, ਸਭ ਕੁਝ ਜੋ ਸਾਡੇ ਨਾਲ ਜੁੜਿਆ ਉਹ ਪ੍ਰਵਾਨ ਹੋ ਜਾਂਦਾ। ਪਰ ਜੇ ਇੱਕ ਕਰਮ ਕਰਦੇ, ਉਹ ਕਿਤੇ ਸੱਜਣ ਨੂੰ ਪ੍ਰਗਟ ਕਰਨ ਵਾਲਾ ਕਰਮ ਕਰਦੇ, ਉਹ ਫਲ ਲੈਣ ਵਾਸਤੇ ਜੇ ਅਸੀਂ ਗੁਰੂ ਦੁਆਰੇ ਤੇ ਗੁਰਬਾਣੀ ਨਾਲ ਜੁੜਨ ਵਾਸਤੇ ਆਉਂਦੇ ਕਿ ਮਹਾਰਾਜ ਜੀਓ ਆਹ ਫਲ ਮੈਨੂੰ ਚਾਹੀਦਾ ਹੈ, ਹਰ ਸੱਜਣ ਪ੍ਰਗਟੇ ਆਏ, ਕਿ ਮੇਰੇ ਅੰਦਰ ਵੀ ਉਹ ਹਰੀ ਜਿਹੜਾ ਪਰਮੇਸ਼ਵਰ ਵਸਦਾ ਹੈ ਉਹ ਕਿਤੇ ਅੰਦਰ ਪ੍ਰਗਟ ਹੋ ਜਾ। ਉਹਨੂੰ ਹੁਣ ਪ੍ਰਗਟ ਕਰਨ ਲਈ ਕੀ ਕਰਨਾ ਸੀ? ਅਸੀਂ ਕਹਿਣਾ ਸੀ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਮੈਨੂੰ ਨਾਮ ਦੀ ਦਾਤ ਦੇ ਦਿਓ ਤਾਂ ਕਿ ਪ੍ਰਭੂ ਚਰਨਾਂ ਨਾਲ ਮੇਰਾ ਪਿਆਰ ਬਣਾਏ। ਪ੍ਰਭੂ ਚਰਨਾਂ ਦੇ ਨਾਲ ਜਦੋਂ ਮੇਰੀ ਪ੍ਰੀਤੀ ਬਣ ਜਾਏ, ਪਿਆਰ ਬਣ ਜਾਏ, ਤੇ ਫਿਰ ਉਹ ਸੱਜਣ ਪ੍ਰਗਟ ਹੋਏਗਾ। ਤੇ ਜਿਸ ਦਿਨ ਉਹਨੇ ਪ੍ਰਗਟ ਹੋਇਆ ਉਸ ਦਿਨ ਫਿਰ ਦੁੱਖ ਕੋਈ ਤੁਹਾਡੀ ਜ਼ਿੰਦਗੀ 'ਚ ਨਹੀਂ ਰਹੇਗਾ। ਉਸ ਦਿਨ ਸੁੱਖ ਜਿਹੜਾ ਉਹ ਤੁਹਾਡਾ ਆਨੰਦ ਵਿੱਚ ਬਦਲ ਜਾਏਗਾ, ਦੁੱਖ ਨੂੰ ਜਗ੍ਹਾ ਕੋਈ ਨਹੀਂ ਮਿਲਣੀ। ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ। ਇਸ ਲਈ ਬਾਰ-ਬਾਰ ਗੱਲ ਸਾਨੂੰ ਬਾਣੀ ਵਿੱਚ ਸਮਝਾਈ ਗਈ ਕਿ ਜੇ ਤੁਸੀਂ ਇਸ ਜਨਮ ਵਿੱਚ ਆ ਕੇ ਪਰਮੇਸ਼ਵਰ ਦੇ ਸੱਚੇ ਨਾਮ ਦੀ ਕਮਾਈ ਨਹੀਂ ਕੀਤੀ, ਉਹਦੇ ਚਰਨਾਂ ਨਾਲ ਸੱਚਾ ਪਿਆਰ ਤੁਸੀਂ ਨਹੀਂ ਪਾਇਆ, ਤਾਂ ਤੁਹਾਡਾ ਇਹ ਜਨਮ ਬੇਅਰਥ ਹੈ, ਬੇਕਾਰ ਹੈ, ਇਹ ਕਿਸੇ ਕੰਮ ਤੁਹਾਡਾ ਨਹੀਂ ਆਉਣਾ। ਇਹ ਤਨ ਜਿੰਨਾ ਵੀ ਅਸੀਂ ਹੰਢਾ ਲਿਆ ਹੁਣ ਤੱਕ, ਇਹ ਸਾਰਾ ਹੀ ਬੇਅਰਥ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜੇ ਅਸੀਂ ਇੰਨੇ ਸਮੇਂ ਦੇ ਵਿੱਚ ਗੁਣ ਗਾਏ ਹੀ ਨਹੀਂ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਗਾਏ ਹੀ ਨਹੀਂ ਗੁਣ। ਪਰ ਜਿਹੜੇ ਨਿਤ ਉੱਠ ਕੇ ਉਸ ਮਾਲਕ ਦੇ ਗੁਣ ਗਾਉਂਦੇ ਨੇ, ਉਹਦੇ ਮਿਲਾਪ ਵਿੱਚ,
ਉਹਦੇ ਨਾਮ ਦਾ ਅਭਿਆਸ ਕਰਦੇ ਨੇ ਕਿ ਕਿਤੇ ਵਿਛੋੜਾ ਮਿਲਾਪ ਵਿੱਚ ਬਦਲ ਜਾਏ, ਜਾਂ ਇਦਾਂ ਕਹਿ ਲਈਏ ਕਿ ਜਿਹੜੇ ਨਿੱਤ ਉੱਠ ਕੇ ਕਹਿੰਦੇ ਨੇ, ਕਹਿ ਕਬੀਰ ਸੁਨੋ ਰੇ ਸੰਤੋ ਖਿਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ। ਜਿਹੜਾ ਨਿੱਤ ਉੱਠ ਕੇ ਇਹ ਪੰਕਤੀ ਪੜ੍ਹ ਕੇ ਤੇ ਅਰਦਾਸ ਕਰਦਾ ਹੈ ਕਿ ਮੇਰੇ ਮਾਲਕ ਜੀ ਇਸ ਜਨਮ ਵਿੱਚ ਇਹ ਕਿਰਪਾ ਕਰ ਦਿਓ, ਇਹ ਜਨਮ ਕਿਤੇ ਲੇਖੇ ਵਿੱਚ ਲੱਗ ਜਾਏ, ਮੁਬਾਰਕ ਹੈ ਉਹਦਾ ਜੀਵਨ। ਜਿੰਨੇ ਵੀ ਸਾਲ ਇਸ ਸੰਸਾਰ ਵਿੱਚ ਮਨੁੱਖਾ ਜਨਮ ਵਿੱਚ ਹੰਢਾਏ ਨੇ, ਮੁਬਾਰਕ ਨੇ ਉਹਨਾਂ ਨੂੰ। ਤੇ ਜੇ ਜ਼ਿੰਦਗੀ ਦਾ ਸਫ਼ਰ ਲੰਘ ਗਿਆ, ਬਚਪਨ ਜੋਬਨ ਲੰਘ ਗਿਆ, ਬੜੇਪਾ ਆ ਗਿਆ, ਤੇ ਹਜੇ ਵੀ ਅਸੀਂ ਨਾਮ ਦੀ ਦਾਤ ਨਹੀਂ ਮੰਗਦੇ, ਹਜੇ ਵੀ ਉਹਦੇ ਗੁਣ ਗਾਉਣ ਨੂੰ ਚਿੱਤ ਨਹੀਂ ਕਰਦਾ ਪਿਆ, ਹਜੇ ਵੀ ਅਰਦਾਸ ਕਰਨ ਨੂੰ ਦਿਲ ਹੀ ਨਹੀਂ ਕਰਦਾ ਪਿਆ ਕਿ ਇਹ ਜਨਮ ਤੁਮਾਰੇ ਲੇਖੇ, ਹਜੇ ਵੀ ਨਾਮ ਦੀ ਦਾਤ ਲੈਣ ਵਾਸਤੇ ਅੰਦਰੋਂ ਜਿਹੜੀ ਆ ਬੇਨਤੀ ਹੋਈ ਨਹੀਂ ਰਹੀ ਕਿ ਇਹ ਨਾਮ ਦਾ ਫਲ ਮੇਰੀ ਝੋਲੀ ਵਿੱਚ ਪਾ ਦਿਓ। ਤਾਂ ਮਹਾਰਾਜ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਜੇ ਤੂੰ ਸਾਰੀ ਉਮਰ ਉਸ ਮਾਲਕ ਦੇ ਗੁਣ ਨਹੀਂ ਗਾਏ ਤਾਂ ਜਨਮ ਅਕਾਰਥ ਕੀਨ, ਤੂੰ ਆਪਣਾ ਸਾਰਾ ਜਨਮ ਬੇਅਰਥ ਗਵਾ ਲਿਆ, ਕਿਸੇ ਕੰਮ ਨਹੀਂ ਆਇਆ। ਜ਼ਿੰਦਗੀ ਤੇਰੀ ਹੁਣ ਤੱਕ ਜਿੰਨੀ ਵੀ ਸੀ ਸਾਰੀ ਬੇਅਰਥ ਚਲੀ ਗਈ, ਇਹ ਲੇਖੇ ਹੀ ਨਹੀਂ ਲੱਗੀ। ਇਸ ਲਈ ਤੂੰ ਨਾਮ ਦਾ ਫਲ ਮੰਗ ਤਾਂ ਕਿ ਤੈਨੂੰ ਉਸ ਫਲ ਦੀ ਪ੍ਰਾਪਤੀ ਹੋ ਜਾਏ ਜਿਸ ਲਈ ਤੂੰ ਇਸ ਮਨੁੱਖਾ ਜਨਮ ਦੇ ਵਿੱਚ ਆਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅੱਜ ਦਾ ਇਹ ਪਾਵਨ ਸ਼ਲੋਕ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਜਨਮੇ ਕਾ ਫਲ ਕਿਆ ਗਣੀ। ਤੇਰੇ ਇਸ ਜਨਮ ਦੇ ਵਿੱਚ ਜੋ ਜੋ ਤੈਨੂੰ ਹੁਣ ਤੱਕ ਫਲ ਮਿਲੇ ਨੇ, ਉਹ ਕਿਹੜੀ ਗਿਣਤੀ ਵਿੱਚ ਲਿਆਈਏ, ਉਹਨੂੰ ਕਿਹੜੀ ਗਿਣਤੀ ਵਿੱਚ ਲਿਆ ਕੇ ਗਿਣੀਏ, ਕਿਉਂਕਿ ਉਹ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ। ਅਸੀਂ ਸਾਰਾ ਜੀਵਨ ਸੰਸਾਰ ਵਿੱਚ ਬਸ ਇਹ ਧਨ, ਜ਼ਮੀਨ, ਜਾਇਦਾਦ, ਧੀਆਂ, ਪੁੱਤਰ, ਪਰਿਵਾਰ, ਬਸ ਇਹਨਾਂ ਦੇ ਵਿੱਚ ਹੀ ਸਾਡਾ ਰੋਟੀ, ਕੱਪੜਾ, ਮਕਾਨ, ਇਹਦੇ ਚੱਕਰ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਪਰ ਜਿਸ ਦਿਨ ਅਸੀਂ ਦੁਨੀਆ ਤੋਂ ਚੱਲਣਾ ਹੈ, ਉਹ ਸਭ ਕੁਝ ਤੇ ਧਰਿਆ ਧਰਾਇਆ ਰਹਿ ਜਾਣਾ, ਨਾਲ ਤੇ ਕੁਝ ਵੀ ਨਹੀਂ ਜਾਣਾ। ਤੇ ਜਦੋਂ ਨਾਲ ਕੁਝ ਨਹੀਂ ਜਾਣਾ, ਫਿਰ ਇਹਦੀ ਗਿਣਤੀ ਕਿਉਂ ਕਰੀਏ? ਫਿਰ ਇਹ ਕਿਸੇ ਗਿਣਤੀ ਵਿੱਚ ਨਹੀਂ। ਗਿਣਤੀ ਤਾਂ ਉਹਦੀ ਕਰੀਏ ਨਾ ਜਿਹੜੀ ਨਾਲ ਜਾਣੀ ਹੈ। ਜਿਹੜਾ ਸਾਡੇ ਨਾਲ ਨਿਭਣਾ ਹੈ ਉਹਦੀ ਗਿਣਤੀ ਹੋ ਸਕਦੀ, ਜਿਹਨੇ ਸਾਡੇ ਨਾਲ ਨਿਭਣਾ ਹੀ ਨਹੀਂ, ਸਾਡਾ ਸਾਥ ਦੇਣਾ ਹੀ ਨਹੀਂ, ਚੱਲਣਾ ਹੀ ਨਹੀਂ ਸਾਡੇ ਨਾਲ, ਉਹਦੀ ਗਿਣਤੀ ਕਾਹਦੀ ਕਰੀਏ? ਇਸ ਲਈ ਅਸੀਂ ਸਾਰੀ ਉਮਰ ਇਹਨਾਂ ਦੀ ਗਿਣਤੀ ਵਿੱਚ ਹੀ ਰਹਿ ਜਾਂਦੇ ਹਾਂ, ਗਿਣਤੀਆਂ ਗਿਣਦੇ ਰਹਿ ਜਾਂਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਕਿ ਜਿਸ ਦਿਨ ਤੂੰ ਚੱਲਣਾ ਹੈ ਨਾ ਦੁਨੀਆ ਤੋਂ, ਉਸ ਦਿਨ ਤੇਰੇ ਨਾਲ ਕੱਖ ਵੀ ਤੇਰੇ ਨਾਲ ਨਹੀਂ ਚੱਲਣਾ, ਔਰ ਜਿਹੜਾ ਸਰੀਰ ਹੈ ਉਹ ਵੀ ਤੇਰੇ ਨਾਲ ਨਹੀਂ ਜਾਣਾ। ਬਾਕੀ ਦੀਆਂ ਗੱਲਾਂ ਤੇ ਛੱਡੋ, ਇਹ ਸਰੀਰ ਵੀ ਗਿਣਤੀ ਵਿੱਚ ਨਹੀਂ ਆਉਣਾ। ਇਹ ਮਨੁੱਖਾ ਦੇਹੀ ਜਿਹੜੀ ਦੇਹੀ ਮਿਲੀ ਆ ਨਾ, ਇਹ ਦੇਹੀ ਵੀ ਤੇਰੇ ਕਿਸੇ ਕੰਮ ਨਾ ਆਈ, ਇਹ ਵੀ ਤੇਰੀ ਗਿਣਤੀ 'ਚ ਨਹੀਂ ਆਏਗੀ। ਫਿਰ ਤੂੰ ਕਿਹੜੀਆਂ ਗਿਣਤੀਆਂ ਮਿਣਤੀਆਂ 'ਚ ਸੰਸਾਰ 'ਚ ਪਿਆ ਹੋਇਆ ਹੈ? ਇਹ ਕਿਸੇ ਕੰਮ ਨਹੀਂ ਆਉਣਾ ਇਸ ਮਨੁੱਖਾ ਜਨਮ ਵਿੱਚ ਜਿਹੜੇ ਗਿਣਤੀਆਂ ਅਸੀਂ ਗਿਣਦੇ ਪਏ ਹਾਂ। ਇਹ ਸਾਡੀ ਜ਼ਰੂਰਤ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਸਭ ਕੁਝ ਛੱਡ ਛਡਾ ਕੇ ਤੇ ਬਹਿ ਜਾਈਏ ਜੰਗਲ 'ਚ ਜਾ ਕੇ। ਇਹ ਸਾਡੇ ਸਰੀਰ ਦੀ ਇੱਕ ਲੋੜ ਹੈ, ਇੱਕ ਜ਼ਰੂਰਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਦੌਲਤ ਗੁਜ਼ਰਾਨ ਹੈ, ਪੁੱਤਰ ਨਿਸ਼ਾਨ ਹੈ, ਇਸਤਰੀ ਈਮਾਨ ਹੈ। ਇਹਨੂੰ ਈਮਾਨ ਜਿਹੜਾ ਸਾਡਾ ਈਮਾਨ ਜਿਹੜਾ ਟਿਕਿਆ ਰਵੇ ਉਹਦੇ ਵਾਸਤੇ ਇਸਤਰੀ ਹੈ, ਨਿਸ਼ਾਨ ਸਾਡਾ ਰਹਿ ਜਾਏ ਉਹਦੇ ਲਈ ਪੁੱਤਰ ਹੈ, ਦੌਲਤ ਸਾਡਾ ਗੁਜ਼ਰਾਨ, ਗੁਜ਼ਾਰਾ ਕਰਨ ਵਾਸਤੇ ਸਾਨੂੰ ਕਿਸੇ ਅੱਗੇ ਹੱਥ ਅੱਗੇ ਕਰਕੇ ਮੰਗਣਾ ਨਾ ਪਏ। ਇਹ ਸਾਡੇ ਕੋਲ ਇੰਨਾ ਕੁ ਗੁਜ਼ਾਰਾ ਜਿਹੜਾ ਸਰੀਰ ਦੀ ਲੋੜ, ਸਰੀਰ ਦੀ ਪੂਰਤੀ, ਪਰ ਇਹ ਵੀ ਨਹੀਂ ਕਿ ਸਰੀਰ ਦੀ ਪੂਰਤੀ ਕਰਦੇ ਕਰਦੇ ਅਸੀਂ ਜਿਹੜਾ ਫਲ ਲੈਣ ਆਏ ਹਾਂ ਉਹ ਅਸੀਂ ਭੁੱਲ ਜਾਈਏ, ਉਹਨੂੰ ਅਸੀਂ ਵਿਸਾਰ ਦਈਏ। ਜੇ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਕੇ ਬਾਹਰ ਦੀਆਂ ਗਿਣਤੀਆਂ ਵਿੱਚ ਪਏ ਹੋਏ ਹਾਂ, ਤਾਂ ਫਿਰ ਕਬੀਰ ਸਾਹਿਬ ਜੀ ਦਾ ਸ਼ਲੋਕ ਆਪਾਂ ਕਿੰਨੀ ਵਾਰ ਪੜ੍ਹਿਆ, ਵਿਚਾਰਿਆ ਹੈ। ਕਬੀਰ ਇਹ ਤਨ ਜਾਹੇਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ
ਲੱਖ ਕਰੋੜ ਲੱਖਾਂ ਕਰੋੜਾਂ ਗਿਣਤੀਆਂ ਕਰਦੇ ਰਹੇ ਤੇ ਜਦੋਂ ਚੱਲਣ ਦਾ ਸਮਾਂ ਆਇਆ ਕਿਸੇ ਕੋ ਗਿਣਤੀਆਂ ਕਿਸੇ ਕੰਮ ਨਹੀਂ ਆਈਆਂ, ਲੇਖੇ ਨਹੀਂ ਲੱਗੀਆਂ, ਕਿਉਂਕਿ ਉਹ ਸਾਡਾ ਅਸਲ ਫਲ ਨਹੀਂ ਸੀ। ਸਾਨੂੰ ਅਸਲ ਫਲ ਦੇਣ ਲਈ ਕਿਹਾ ਸੀ, ਸਾਥ ਨਾ ਚਾਲੈ ਬਿਨ ਭਜਨ। ਜਿਹੜਾ ਭਜਨ ਬੰਦਗੀ ਆ ਨਾ, ਇਹਦੇ ਤੋਂ ਬਿਨਾ ਤੇਰੇ ਨਾਲ ਕੁਝ ਚੱਲਣਾ ਹੀ ਨਹੀਂ। ਤੂੰ ਇਹ ਫਲ ਜਿਹੜਾ ਇਹ ਆਪਣੇ ਜਨਮ ਵਿੱਚ ਲਿਆ ਕਿ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਹਿੰਦੇ ਜਨਮੇ ਕਾ ਫਲ ਕਿਆ ਗਣੀ, ਕਿਆ ਗਣੀ, ਮੈਂ ਕੀ ਗਿਣਾ ਤੇਰੇ ਜਨਮ ਦੇ ਫਲ ਨੂੰ। ਜਾਂ ਹਰ ਭਗਤ ਨਾ ਭਾਓ, ਜਦ ਕਿ ਤੇਰੇ ਅੰਦਰ ਹਰੀ ਦੇ ਨਾਮ ਦੀ ਭਗਤੀ, ਭਾਉ ਦਾ ਅਰਥ ਹੈ ਪ੍ਰੇਮਾ ਭਗਤੀ, ਭਾਵਨਾ ਵਾਲੀ ਭਗਤੀ। ਹੇ ਮਨੁੱਖ, ਹੇ ਪ੍ਰਾਣੀ, ਤੇਰੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਪ੍ਰੇਮਾ ਭਗਤੀ ਦਾ ਜਾਗ ਹੀ ਨਹੀਂ ਲੱਗਾ। ਤੇਰੇ ਅੰਦਰ ਭਗਤੀ, ਨਾਮ, ਪ੍ਰਭੂ ਪਰਮੇਸ਼ਵਰ ਦੇ ਪ੍ਰਤੀ ਤੇਰੇ ਅੰਦਰ ਪਿਆਰ ਹੀ ਨਹੀਂ ਹੈ। ਤੇ ਫਿਰ ਮੈਂ ਜੋ ਤੂੰ ਗਿਣਤੀਆਂ ਵਿੱਚ ਪਿਆ ਹੋਇਆ, ਇਹ ਤੇਰੇ ਜਨਮ ਦਾ ਅਸਲ ਫਲ ਨਹੀਂ ਹੈ। ਫਿਰ ਮੈਂ ਤੇਰੀ ਗਿਣਤੀ ਕੀ ਕਰਾਂ ਵੀ ਤੂੰ ਹੁਣ ਤੱਕ ਕੀ ਕੁਝ ਇਕੱਠਾ ਕੀਤਾ ਹੈ। ਜੋ ਵੀ ਤੂੰ ਇਸ ਜਨਮ ਵਿੱਚ ਇਕੱਠਾ ਕੀਤਾ ਸਰੀਰਕ ਤਲ ਉਤੇ, ਉਹ ਕਿਸੇ ਗਿਣਤੀ ਵਿੱਚ ਨਹੀਂ ਆਉਣਾ ਹੈ। ਜਾਂ ਹਰ ਭਗਤ ਨਾ ਭਾਓ, ਜਦ ਕਿ ਤੇਰੇ ਅੰਦਰ ਪ੍ਰੇਮਾ ਭਗਤੀ ਦਾ ਜਾਗ ਨਹੀਂ ਲੱਗਾ। ਤੇਰੇ ਅੰਦਰ ਪ੍ਰਭੂ ਦੇ ਨਾਮ ਦੀ ਭਗਤੀ, ਭਾਵਨਾ ਵਾਲੀ, ਪਿਆਰ ਵਾਲੀ ਭਗਤੀ ਹੈ ਹੀ ਨਹੀਂ। ਨਾਮ ਸਿਮਰਨ ਦੇ ਨਾਲ ਤੂੰ ਜੁੜਿਆ ਹੀ ਨਹੀਂ, ਤੂੰ ਉਸ ਮਾਲਕ ਦੇ ਗੁਣ ਗਾਏ ਹੀ ਨਹੀਂ। ਤੇਰਾ ਇਹ ਸਾਰਾ ਜਨਮ ਜਿਹੜਾ ਉਹ ਬੇਅਰਥ ਹੈ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਕਹਿੰਦੇ ਨੇ ਜਿਨ੍ਹਾਂ ਨੇ ਨਾਮ ਦਾ ਸਿਮਰਨ ਹੀ ਨਹੀਂ ਕੀਤਾ, ਪ੍ਰੇਮਾ ਭਗਤੀ ਦਾ ਜਾਗ ਹੀ ਅੰਦਰ ਨਹੀਂ ਲਾਇਆ, ਜਿਹੜਾ ਇਹਦੀ ਜਿੰਦ ਦੇ ਨਾਲ, ਜੋ ਇਹਦੀ ਜਿੰਦ ਦੇ ਨਾਲ ਚੱਲਣਾ ਸੀ ਉਹ ਇਕੱਠਾ ਹੀ ਕੋਈ ਨਹੀਂ ਕੀਤਾ। ਤੇ ਫਿਰ ਜੋ ਹੁਣ ਤੱਕ ਇਕੱਠਾ ਕੀਤਾ ਕਿਆ ਗਣੀ, ਉਹਨੂੰ ਕਿਹੜੀ ਗਿਣਤੀ ਵਿੱਚ ਲਿਆਈਏ। ਹੇ ਪ੍ਰਾਣੀ, ਇਸ ਜਨਮ ਵਿੱਚ ਜੋ ਤੂੰ ਇਕੱਤਰ ਕੀਤਾ ਹੈ ਪ੍ਰੇਮਾ ਭਗਤੀ ਨੂੰ ਛੱਡ ਕੇ, ਉਹ ਕਿਸੇ ਗਿਣਤੀ ਵਿੱਚ ਨਹੀਂ ਆਉਣਾ ਹੈ। ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਪਾਓ। ਜੇ ਸਾਰੀ ਉਮਰ ਤੇਰੇ ਮਨ ਦੇ ਵਿੱਚ ਦੂਜਾ ਭਾਉ ਬਣਿਆ ਰਿਹਾ, ਦੂਜਾ ਭਾਵ ਸੰਸਾਰ ਦਾ ਹੀ ਮੋਹ ਬਣਿਆ ਰਿਹਾ। ਦੋ ਚੀਜ਼ਾਂ ਨੇ ਨਾ, ਇੱਕ ਨਿਰੰਕਾਰ ਤੇ ਇੱਕ ਸੰਸਾਰ। ਅਸੀਂ ਇਸ ਜਨਮ ਦੇ ਵਿੱਚ ਨਿਰੰਕਾਰ ਨਾਲ ਪ੍ਰੀਤ ਪਾਉਣੀ ਸੀ। ਇਸ ਜਨਮ ਦੇ ਵਿੱਚ ਅਸੀਂ ਗੁਰੂ ਦੁਆਰੇ ਆ ਕੇ ਇਹ ਗਿਆਨ ਲੈਣਾ ਸੀ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਉਹ ਜਿਹੜਾ ਅਵਰ ਸੀ ਉਹ ਦੂਜਾ ਭਾਉ ਸੀ। ਸੰਸਾਰ ਦੇ ਨਾਲ ਮੋਹ ਪਿਆਰ ਜਿਹੜਾ ਸੀ ਇੰਨਾ ਬਣਾ ਲਿਆ ਕਿ ਇਹ ਮੋਹ ਹੀ ਸਾਡੇ ਲਈ ਜੰਜੀਰ ਬਣ ਗਿਆ, ਇਹ ਮੋਹ ਹੀ ਸਾਡੇ ਵਾਸਤੇ ਮੱਕੜੀ ਦਾ ਜਾਲਾ ਬਣ ਗਿਆ, ਇਹ ਮੋਹ ਹੀ ਸਾਡੇ ਵਾਸਤੇ ਦਲਦਲ ਬਣ ਗਈ। ਇਹਦੇ ਵਿੱਚ ਹੀ ਅਸੀਂ ਫਸ ਕੇ ਰਹਿ ਗਏ। ਅਸੀਂ ਪ੍ਰੀਤ ਪਾਉਣੀ ਸੀ ਪਰਮੇਸ਼ਵਰ ਦੇ ਨਾਮ ਨਾਲ, ਔਰ ਬਾਣੀ ਵਿੱਚ ਇਹੀ ਗੱਲਾਂ ਸਮਝਾਈਆਂ ਗਈਆਂ ਕਿ ਮਨ ਤੂੰ ਪ੍ਰੀਤ ਪਾਉਣੀ ਆ ਤਾਂ ਪਰਮੇਸ਼ਵਰ ਦੇ ਨਾਮ ਨਾਲ ਪਾ। ਮਨ ਕਹਿੰਦਾ ਮੈਨੂੰ ਪ੍ਰੀਤ ਪਾਉਣੀ ਨਹੀਂ ਆਉਂਦੀ, ਕਿਵੇਂ ਪਾਵਾਂ? ਕਹਿਣ ਲੱਗੇ ਜਿਵੇਂ ਇੱਕ ਭਵਰਾ ਫੁੱਲ ਦੇ ਰਸ ਨਾਲ ਪਾਉਂਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ। ਕਹਿਣ ਲੱਗੇ ਕਿਵੇਂ ਪ੍ਰੀਤ ਕਰਾਂ? ਕਹਿੰਦੇ ਜਿਵੇਂ ਚੰਦ ਤੇ ਚਕੋਰ ਦੀ ਪ੍ਰੀਤ ਹੈ। ਜਿਸ ਤਰ੍ਹਾਂ ਮਛਲੀ ਪਾਣੀ ਦੇ ਨਾਲ ਪ੍ਰੀਤ ਕਰਦੀ ਹੈ, ਇਸੇ ਤਰ੍ਹਾਂ ਮਨ ਤੂੰ ਪ੍ਰਭੂ ਚਰਨਾਂ ਨਾਲ ਪ੍ਰੇਮਾ ਭਗਤੀ ਦਾ ਜਾਗ ਲਾ ਕੇ ਪ੍ਰੀਤ ਕਰਨੀ ਸੀ। ਪਰ ਸਾਰੀ ਉਮਰ ਤੇਰੀ ਲੰਘ ਗਈ, ਦੂਜਾ ਭਾਉ ਹੀ ਨਹੀਂ ਮੁੱਕਿਆ। ਦੂਜਾ ਭਾਉ ਦਾ ਮਤਲਬ ਸੰਸਾਰ। ਇਸ ਸੰਸਾਰ ਦੀ ਪ੍ਰੀਤ ਹੀ ਨਹੀਂ ਤੇਰੇ ਅੰਦਰ ਜਿਹੜੀ ਆ ਉਹ ਮੁੱਕੀ। ਪ੍ਰਭੂ ਚਰਨਾਂ ਦਾ ਪਿਆਰ ਹੀ ਤੇਰੇ ਅੰਦਰ ਨਾ ਬਣਿਆ। ਸਾਰੀ ਉਮਰ ਕੀ ਕੀਤਾ? ਖਾਦਾ ਤੇ ਪਹਿਨਿਆ ਹੀ ਹੈ। ਜਦੋਂ ਦਾ ਜਨਮ ਲਿਆ ਉਦੋਂ ਤੋਂ ਹੀ ਪੀਣ ਵਾਸਤੇ, ਖਾਣ ਵਾਸਤੇ ਪਦਾਰਥ ਮਿਲਣੇ ਸ਼ੁਰੂ ਹੋ ਗਏ। ਤੇ ਜਿਵੇਂ ਜਿਵੇਂ ਸਰੀਰ ਦਾ ਆਕਾਰ ਵੱਧਦਾ ਗਿਆ, ਤਨ ਉੱਤੇ ਕੱਪੜੇ ਦੇ ਰੰਗ ਵੀ ਬਦਲਦੇ ਗਏ।
ਬਚਪਨ ਦੇ ਵਿੱਚ ਹੋਰ ਸੀ ਤਨ ਉਤੇ ਪਾਏ ਬਸਤਰ, ਜੋਬਨ ਵਿੱਚ ਹੋਰ ਸੀ ਤੇ ਬੁਢੇਪੇ ਵਿੱਚ ਹੋਰ ਸੀ। ਸਾਰੀ ਉਮਰ ਖਾਦਾ ਤੇ ਪਹਿਨਿਆ ਹੀ ਹੈ, ਬਸ ਪਹਿਨਦੇ ਗਏ ਤੇ ਖਾਂਦੇ ਗਏ। ਜੀਵਨ ਦਾ ਸਫ਼ਰ ਅੱਗੇ ਵੱਧਦਾ ਗਿਆ, ਪਰ ਝਾਤੀ ਮਾਰੀਏ ਵੀ ਮੈਂ ਹੁਣ ਤੱਕ ਹਾਸਲ ਕੀ ਕੀਤਾ ਹੈ। ਜੇ ਜੋ ਮੈਂ ਹਾਸਲ ਕਰਨਾ ਸੀ ਜੇ ਮੈਂ ਨਹੀਂ ਕੀਤਾ ਤੇ ਮੇਰਾ ਹੁਣ ਤੱਕ ਦਾ ਖਾਦਾ ਹੋਇਆ ਸਭ ਕੁਝ ਬੇਕਾਰ ਹੋ ਗਿਆ। ਹੁਣ ਤੱਕ ਦਾ ਪਹਿਨਿਆ ਹੋਇਆ ਸਭ ਕੁਝ ਮੇਰਾ ਜਿਹੜਾ ਸੀ ਉਹ ਬੇਕਾਰ ਹੋ ਗਿਆ, ਕਿਸੇ ਲੇਖੇ ਨਹੀਂ ਲੱਗਾ। ਕਿਉਂਕਿ ਜਨਮ ਹੀ ਲੇਖੇ ਨਹੀਂ ਲੱਗਾ ਤੇ ਖਾਦਾ ਪੈਦਾ ਕਿੱਥੋਂ ਲੇਖੇ ਲੱਗ ਜਾਣਾ ਸੀ। ਇਸ ਲਈ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ, ਕਹਿਣ ਲੱਗੇ ਦੇਖ, ਪਹਿਲੀ ਗੱਲ ਉਹਨਾਂ ਨੇ ਇਹ ਸਮਝਾਈ ਕਿ ਤੇਰੇ ਇਸ ਜੀਵਨ ਵਿੱਚ ਤੂੰ ਗਿਣਤੀਆਂ ਕਰ ਰਿਹਾ ਵੀ ਮੈਨੂੰ ਆਹ ਫਲ ਮਿਲਿਆ, ਆਹ ਮਿਲਿਆ, ਇਹ ਮਿਲਿਆ, ਉਹ ਮਿਲਿਆ, ਪਤਾ ਨਹੀਂ ਕਿੰਨੇ ਫਲ ਤੂੰ ਗਿਣਾ ਦਿੱਤੇ, ਪਰ ਕਿਆ ਗਣੀ ਤੇਰੇ ਜਨਮ ਦੇ ਵਿੱਚ ਜਿਹੜਾ ਫਲ ਚਾਹੀਦਾ ਉੱਥੇ ਇਹਨਾਂ ਦੀ ਗਿਣਤੀ ਕੋਈ ਨਹੀਂ। ਕਿਉਂਕਿ ਤੇਰੇ ਅੰਦਰ ਹਰ ਭਗਤ ਨਾ ਭਾਓ, ਤੇਰੇ ਅੰਦਰ ਉਸ ਮਾਲਕ ਦੇ ਨਾਮ ਦੀ ਪ੍ਰੇਮਾ ਭਗਤੀ ਵਾਲਾ ਗੁਣ ਹੀ ਨਹੀਂ ਤੇਰੇ ਅੰਦਰ। ਤੇ ਦੂਜੀ ਗੱਲ ਕਹਿੰਦੇ ਪੈਦਾ ਖਾਦਾ ਬਾਦ ਹੈ, ਬਾਦ ਮੈਨੇ ਬੇਅਰਥ ਹੈ। ਤੇਰਾ ਖਾਦਾ ਪੀਤਾ ਹੁਣ ਤੱਕ ਸਾਰੇ ਦਾ ਸਾਰਾ ਹੀ ਬੇਅਰਥ ਹੈ। ਜਾਂ ਮਨ ਦੂਜਾ ਭਾਓ, ਜਦੋਂ ਕਿ ਤੇਰੇ ਮਨ ਦੇ ਵਿੱਚ ਦੂਜਾ ਭਾਓ ਬਣਿਆ ਸੰਸਾਰ ਦਾ। ਹੁਣ ਸੰਸਾਰ ਦਾ ਭਾਉ ਅੰਦਰ, ਭਾਉ ਦਾ ਅਰਥ ਭਾਵਨਾ, ਭਾਵਨਾ ਅਰਥ ਹੈ ਪ੍ਰੇਮ। ਤੇਰੇ ਅੰਦਰ ਜਿਹੜਾ ਸੰਸਾਰ ਦਾ ਪਿਆਰ ਬਣਿਆ ਨਾ, ਉਹਨੇ ਤੇਰੇ ਅੰਦਰ ਵਿਕਾਰ ਪੈਦਾ ਕਰ ਦਿੱਤੇ। ਉਸ ਵਿਕਾਰ ਦੇ ਵਿੱਚ ਕੀ ਹੋਇਆ, ਤੂੰ ਆਪਣਾ ਜਨਮ ਜਿਹੜਾ ਸੀ ਉਹ ਬੇਅਰਥ ਗਵਾ ਲਿਆ, ਕਿਸੇ ਲੇਖੇ ਨਹੀਂ ਲੱਗਿਆ। ਅੰਮ੍ਰਿਤ ਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਬਹੁਤ ਹਲੂਣੇ ਦਿੱਤੇ। ਸਾਹਿਬ ਜੀ ਕਹਿੰਦੇ ਨੇ ਦੇਖ ਤੇਰੀ ਹਾਲਤ ਕੀ ਹੈ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪਹਿਨੰਦਿਆਂ ਸਭ ਅੰਗ। ਤੇਰੇ ਪਹਿਨਦਿਆਂ ਸਰੀਰ ਤੇ ਤਨ ਤੇ ਬਸਤਰ ਅੰਗ ਘਸ ਗਏ, ਕਮਜ਼ੋਰ ਹੋ ਗਏ। ਸਰੀਰ ਤੇਰਾ ਕਮਜ਼ੋਰ ਹੋ ਗਿਆ ਔਰ ਖਾਂਦਿਆਂ ਤੇਰੇ ਦੰਦ ਵੀ ਜਿਹੜੇ ਆ ਉਹ ਘਸ ਗਏ। ਕਹਿਣ ਲੱਗੇ ਖਾਂਦਿਆਂ ਮੂੰਹ ਘੱਠਾ, ਪਹਿਨੰਦਿਆਂ ਸਭ ਅੰਗ। ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਜਿਹਨੂੰ ਸੱਚੇ ਨਾਮ ਦਾ ਅੰਦਰ ਰੰਗ ਹੀ ਨਹੀਂ ਲੱਗਾ, ਧ੍ਰਿਗ ਤਿਨਾਂ ਦਾ ਜੀਵਿਆ। ਸਾਰੀ ਉਮਰ ਉਹਨਾਂ ਦੀ ਜੀਵੀ ਹੋਈ ਜ਼ਿੰਦਗੀ ਜਿਹੜੀ ਹੈ ਤਰਕਾਰ ਹੋ ਗਈ। ਤਰਕਾਰ ਦਾ ਮਤਲਬ ਕਿਸੇ ਨੂੰ ਫਟਕਾਰ ਪਾਉਣੀ ਹੋਵੇ, ਕਿਸੇ ਨੂੰ ਫਟਕਾਰਾਂ ਪਾਉਣੀਆਂ ਹੋਣ, ਲਾਹਨਤਾਂ ਪਾਉਣੀਆਂ ਹੋਣ, ਤੇ ਕਹਿਣ ਲੱਗੇ ਉਹ ਮਨੁੱਖ ਨੂੰ ਫਟਕਾਰਾਂ ਪਾਓ, ਉਸ ਮਨੁੱਖ ਨੂੰ ਲਾਹਨਤਾਂ ਪਾਓ। ਉਹਦਾ ਜੀਵਨ ਹੀ ਧ੍ਰਿਗ ਹੈ, ਜਿਹਨੇ ਸਾਰੀ ਉਮਰ ਖਾਦਾ ਤੇ ਪੈਦਾ, ਪਰ ਉਹਨੇ ਸਤ ਸੰਗਤ ਨਹੀਂ ਕੀਤੀ, ਉਹਨੇ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਨਹੀਂ ਪਾਈ। ਹੋਰ ਥਾਵਾਂ ਤੇ ਸਮਾਂ ਨਿਕਲ ਜਾਂਦਾ ਹੈ, 2-2 4-4 10-10 ਘੰਟੇ ਨਿਕਲ ਜਾਂਦੇ ਨੇ, ਪਰ ਸਤ ਸੰਗਤ ਵਿੱਚ ਕਹਿੰਦਾ ਬੜਾ ਮਸਾਂ ਹੀ ਸਮਾਂ ਕੱਢ ਕੇ ਆਇਆ, ਬੜਾ ਔਖਾ ਸਮਾਂ ਕੱਢ ਕੇ ਆਇਆ, ਨਿਕਲਦਾ ਹੀ ਨਹੀਂ, ਕੀ ਕਰਾਂ। ਤੇ ਹੋਰ ਥਾਵਾਂ ਤੇ ਸਮਾਂ ਨਿਕਲ ਜਾਂਦਾ ਹੈ, ਹੋਰ ਥਾਵਾਂ ਤੇ ਟਾਈਮ ਨਿਕਲ ਜਾਂਦਾ ਹੈ, ਪਰ ਸਮੰਗਤ ਲਈ ਸਮਾਂ ਕਹਿੰਦੇ ਅੱਜ ਤੇ ਮਸਾਂ ਹੀ ਨਿਕਲ ਕੇ, ਕਈ ਵਾਰ ਤੇ ਕਹਿੰਦਾ ਸਮਾਂ ਨਿਕਲਿਆ ਹੀ ਨਹੀਂ, ਕੀ ਕਰਾਂ। ਪਰ ਆਪਾਂ ਜ਼ਿੰਦਗੀ ਵਿੱਚ ਝਾਤ ਮਾਰੀਏ, ਹੋਰ ਥਾਵਾਂ ਤੇ ਸਮਾਂ ਤੇ ਬੜੀ ਜਲਦੀ ਨਿਕਲ ਗਿਆ, ਸੋਚਣਾ ਹੀ ਨਹੀਂ ਪਿਆ। ਪਰ ਮਹਾਰਾਜ ਕਹਿੰਦੇ ਜੇ ਹੋਰ ਥਾਵਾਂ ਤੇ ਤੂੰ ਸਾਰੀ ਜ਼ਿੰਦਗੀ ਲੰਘਾਤੀ, ਪਰ ਸਤ ਸੰਗਤ ਵਾਲੀ ਥਾਂ ਤੇ ਨਾ ਆਇਆ, ਫਿਰ ਇੱਕ ਗੱਲ ਧਿਆਨ ਰੱਖੀ, ਤੇਰਾ ਜੀਵਨ ਫਿਰ ਤਿਰਕਾਰ ਯੋਗ ਹੈ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਤੇ ਜੀਵੈ ਤੇ ਜੀਵਾਸ ਵੀ ਇੱਥੇ ਕਹਿ ਰਹੇ ਨੇ ਉਹਨਾਂ ਦਾ ਖਾਦਾ ਪੀਤਾ ਸਭ ਜਿਹੜਾ ਬੇਅਰਥ ਹੈ, ਕਿਸੇ ਕੰਮ ਨਹੀਂ। ਧ੍ਰਿਗ ਤਿਨਾਂ ਦਾ ਜੀਵਿਆ, ਉਹਨਾਂ ਦਾ ਜੀਵਿਆ ਜਿਹੜਾ ਹੈ ਤਿਰਕਾਰ। ਪਰ ਮਾਫ ਕਰਨਾ, ਦੁਨੀਆ ਉਹਨਾਂ ਦੇ ਗਲ ਵਿੱਚ ਹਾਰ ਪਾਉਂਦੀ ਹੈ, ਮਾਨ ਸਨਮਾਨ ਉਹਨਾਂ ਨੂੰ ਦਿੰਦੀ ਹੈ ਜਿਨ੍ਹਾਂ ਨੇ ਆਖਿਆ ਵੀ ਅਸੀਂ ਜ਼ਿੰਦਗੀ ਵਿੱਚ ਬੜੇ ਫਲ ਮਿਹਨਤ ਕਰਕੇ ਇਕੱਠੇ ਕੀਤੇ, ਅਸੀਂ ਅਰਬਾਂ ਖਰਬਾਂ ਵਾਲੇ ਬਣ ਗਏ, ਅਸੀਂ ਇੰਨੇ ਕਾਰੋਬਾਰ ਆਪਣੇ ਜਿਹੜੇ ਨੇ ਉਹ ਦੁਨੀਆ ਵਿੱਚ ਬਣਾ ਲਏ, ਇੰਨੀ ਸੰਪਤੀ ਬਣਾ ਲਈ, ਤੇ ਦੁਨੀਆ ਭੱਜ ਕੇ ਉਹਨਾਂ ਨੂੰ ਮਾਨ ਸਨਮਾਨ ਦਿੰਦੀ ਹੈ। ਪਰ ਸਤਿਗੁਰੂ ਕਹਿੰਦੇ ਮੈਂ ਸਨਮਾਨ ਨਹੀਂ ਦਿੰਦਾ, ਮੈਂ ਤੇ ਕਹਿੰਦਾ ਧ੍ਰਿਗ ਤਿਨਾਂ ਦਾ ਜੀਵਿਆ। ਬਸ ਇਹੀ ਫਰਕ ਹੈ।
ਭਗਤਾਂ ਤੇ ਸੰਸਾਰੀਆਂ ਵਿੱਚ ਇਹੀ ਤਾਂ ਫਰਕ ਹੈ। ਮਨਮਤ ਵਿੱਚ ਤੇ ਗੁਰਮਤ ਵਿੱਚ ਇਹੀ ਤਾਂ ਫਰਕ ਹੈ। ਉਲਟੀ ਗੰਗ ਵਹਾਇਨ ਦਾ ਮਤਲਬ ਕੀ ਸੀ? ਇਹੀ ਤਾਂ ਸੀ ਕਿ ਸੱਚ ਗੁਰਬਾਣੀ ਸੱਚ ਸੁਣਾਈ ਸੀ, ਸੱਚ ਕੀ ਬੇਲਾ। ਗੁਰਬਾਣੀ ਸੱਚ ਕਹਿੰਦੀ ਹੈ, ਸ਼ੀਸ਼ਾ ਸੱਚ ਬੋਲਦਾ ਹੈ। ਜੋ ਸ਼ੀਸ਼ੇ ਅੱਗੇ ਜਿੱਦਾਂ ਦੇ ਬਣ ਕੇ ਖਲੋਵੋਗੇ, ਸ਼ੀਸ਼ੇ ਨੇ ਤੇ ਉਦਾਂ ਦੀ ਤਸਵੀਰ ਦਿਖਾਉਣੀ ਹੈ। ਗੁਰਬਾਣੀ ਜਦੋਂ ਪੜੋਗੇ, ਜੋ ਸੱਚ ਹੈ ਉਹ ਗੁਰਬਾਣੀ ਨੇ ਦੱਸਣਾ ਹੈ। ਉਹ ਫਿਰ ਭਾਵੇਂ ਸਾਨੂੰ ਕਿਤੇ ਲੱਗ ਜਾਏ, ਸਾਨੂੰ ਕੋਈ ਦੁੱਖ ਤਕਲੀਫ ਹੋ ਜਾਏ, ਪਰ ਗੁਰਬਾਣੀ ਤਾਂ ਸੱਚ ਹੈ। ਗੁਰਬਾਣੀ ਤਾਂ ਇੱਕ ਸ਼ੀਸ਼ਾ ਹੈ। ਇਸੇ ਲਈ ਆਖਿਆ ਸੀ ਕਿ ਬੰਦਿਆਂ, ਬਾਹਰੋਂ ਦਿਸਦਾ ਕੁਝ ਹੋਰ ਹੈ, ਅੰਦਰੋਂ ਤੂੰ ਹੈ ਕੁਝ ਹੋਰ ਹੈ। ਬਾਹਰੋਂ ਤੂੰ ਮਨੁੱਖਾ ਜਨਮ ਲਈ ਬੈਠਾ ਹੈ, ਅੰਦਰ ਤੂੰ ਪਸ਼ੂ ਤੇ ਜਾਨਵਰ ਬਣਾ ਕੇ ਬੈਠਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਕਿਉਂ ਆਖਿਆ? ਕਿਉਂਕਿ ਜਿਹੜੇ ਕਰਮ ਤੂੰ ਕੀਤੇ ਉਹ ਤਾਂ ਪਸ਼ੂ ਵੀ ਕਰ ਲੈਂਦਾ ਹੈ। ਜੋ ਹੁਣ ਤੱਕ ਖਾਦਾ ਪੈਦਾ ਹੈ ਉਹ ਤੇ ਪਸ਼ੂ ਵੀ ਕਰ ਲੇਗਾ, ਉਹ ਤਾਂ ਪਸ਼ੂ ਨੂੰ ਵੀ ਮਿਲ ਜਾਏਗਾ। ਤੂੰ ਵੱਖਰਾ ਕਰਮ ਕੀ ਕੀਤਾ? ਤੇਰੇ ਲਈ ਵੱਖਰਾ ਕਰਮ ਸੀ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਤੇ ਉਹ ਤੂੰ ਸਾਰੀ ਜ਼ਿੰਦਗੀ ਨਹੀਂ ਕੀਤਾ, ਬਸ ਸਾਰੀ ਜ਼ਿੰਦਗੀ ਖਾਦਾ ਤੇ ਪੀਤਾ ਹੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਜੇ ਅਸੀਂ ਸੱਚ ਨਾਲ ਜੁੜ ਜਾਂਦੇ, ਪ੍ਰੇਮਾ ਭਗਤੀ ਦਾ ਜਾਗ ਅੰਦਰ ਲਾ ਲੈਂਦੇ, ਤਾਂ ਪਤਾ ਲੱਗਣਾ ਸੀ ਵੀ ਹਮ ਆਦਮੀ ਹਾਂ ਇੱਕਦਮੀ। ਫਿਰ ਸਾਨੂੰ ਚੇਤੇ ਰਹਿਣਾ ਸੀ ਕਿ ਮੈਂ ਜਿੰਨਾ ਹੋ ਸਕੇ ਆਪਣੇ ਅੰਦਰ ਉਸ ਫਲ ਨੂੰ ਪ੍ਰਾਪਤ ਕਰਨ ਲਈ ਅਭਿਆਸ ਕਰਾਂ। ਇਹ ਨਾ ਹੋਵੇ ਕਿ ਅਗਲਾ ਸਾਹ ਪਤਾ ਨਹੀਂ ਮਿਲੇ ਕਿ ਨਾ ਮਿਲੇ, ਪਰ ਜਿਹੜਾ ਖਾਣਾ ਪੀਣਾ ਹੱਸਣਾ ਸੌਣਾ ਵਿੱਚ ਗਲਤਾਨ ਹੋ ਗਿਆ, ਉਹਨੂੰ ਵਿਸਰ ਗਿਆ ਹੈ ਮਰਨਾ। ਉਹਨੂੰ ਮਰਨਾ ਹੀ ਵਿਸਰ ਗਿਆ, ਉਹਨੂੰ ਮੌਤ ਹੀ ਭੁੱਲ ਗਈ। ਉਹ ਕਹਿੰਦਾ ਰੱਜ ਕੇ ਖਾਓ, ਮੈਂ ਥੋੜੀ ਮਰਨਾ। ਵਧੀਆ ਤੋਂ ਵਧੀਆ ਤਨ ਉਤੇ ਬਸਤਰ ਜਿਹੜਾ ਹੰਡਾਓ। ਕਈਆਂ ਦੇ ਵਿੱਚ ਤਾਂ ਠੀਕ ਹੈ, ਮਾਲਕ ਨੇ ਧਨ ਉਹਨਾਂ ਨੂੰ ਬਹੁਤ ਦਿੱਤਾ। ਕਈ ਜਿਹੜੇ ਨੇ ਉਹ ਆ ਸਧਾਰਨ ਬਸਤਰ ਤਨ ਤੇ ਪਾ ਕੇ ਰਾਜੀ ਹੋਈ ਨਹੀਂ। ਉਹ ਕਹਿੰਦੇ ਮੈਂ ਤੇ ਮਹਿੰਗੇ ਤੋਂ ਮਹਿੰਗਾ ਬਸਤਰ ਆਪਣੇ ਤਨ ਉਤੇ ਪਾਉਣਾ, ਸਸਤਾ ਤੇ ਮੈਂ ਪਾਇਆ ਹੀ ਨਹੀਂ ਕਦੀ। ਪਰ ਅਸਲ ਵਿੱਚ ਸੱਚ ਤਾਂ ਇਹ ਹੈ ਕਿ ਜਿਸ ਦਿਨ ਤੋਂ ਦੁਨੀਆ ਤੋਂ ਜਾਣਾ, ਉਸ ਦਿਨ ਕਿੰਨਾ ਕੁ ਮਹਿੰਗਾ ਕੱਪੜਾ ਤੇਰੇ ਤਨ ਤੇ ਪੈਣਾ ਹੈ। ਜਿਸ ਦਿਨ ਦੁਨੀਆ ਤੋਂ ਜਾਣਾ ਨਾ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ, ਜਦੋਂ ਮੋਢੇ ਤੇ ਰੱਖਿਆ ਹੋਣਾ 4 ਜਣਿਆਂ ਨੇ, ਉਦੋਂ ਕਿਹੜੀ ਕੰਪਨੀ ਦਾ ਉਹ ਦੇਖਣਾ ਹੈ ਵੀ ਫਲਾਣੀ ਕੰਪਨੀ ਦਾ। ਸਾਰੀ ਉਮਰ ਇਹਨੇ ਕੱਪੜਾ ਲੈ ਕੇ ਪਾਇਆ, ਹਜ਼ਾਰਾਂ ਰੁਪਈਏ ਦਾ ਖਰੀਦ ਕੇ। ਕਿਸੇ ਨੂੰ ਜਿਹੜਾ ਉਹ ਸਾਦਾ ਜਿਹਾ ਬਸਤਰ ਵੀ ਤਨ ਤੇ ਪਾਉਣਾ ਨਸੀਬ ਨਹੀਂ ਹੋਇਆ। ਇਹਨੇ ਸਾਰੀ ਉਮਰ ਲੈ ਕੇ ਵਧੀਆ ਕੰਪਨੀ ਦਾ ਕੱਪੜਾ ਪਾਇਆ, ਤੇ ਜਦੋਂ ਅਖੀਰ ਵੇਲੇ ਚੱਲਣਾ ਉਦੋਂ ਕੀ ਹੋਣਾ ਹੈ? ਉਦੋਂ ਤੇ ਇੱਕ ਸਧਾਰਨ ਜਿਹਾ ਬਸਤਰ ਲਿਆ ਕੇ ਇਹਦੇ ਉੱਤੇ ਓੜ ਦਿੱਤਾ ਜਾਣਾ ਹੈ। ਉਦੋਂ ਜੇ ਕੋਈ ਉੱਪਰ ਪਾਉਣ ਵਾਸਤੇ ਵੀ ਲਿਆਏਗਾ, ਉਹਨੇ ਆਖਣਾ ਬਹੁਤਾ ਮਹਿੰਗਾ ਕੀ ਕਰਨਾ, ਜਾਣਾ ਹੀ ਹੈ ਬੰਦੇ ਨੇ। ਇਸ ਲਈ ਬੰਦਿਆ, ਤੂੰ ਕਿਹੜੇ ਭੁਲੇਖੇ 'ਚ ਭਰਮ ਵਿੱਚ ਸਾਰੀ ਜ਼ਿੰਦਗੀ ਪਿਆ ਹੋਇਆ ਹੈ? ਜਿਹੜਾ ਫਲ ਲੈਣ ਆਇਆ ਉਹ ਫਲ ਲੈਣ ਦੀ ਕੋਸ਼ਿਸ਼ ਕਰ। ਹੁਣ ਹੋਇਆ ਕੀ? ਕਹਿਣ ਲੱਗੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਖਸਮ ਨੂੰ ਵਿਸਾਰ ਦਿੱਤਾ, ਤੇ ਜਦੋਂ ਖਸਮ ਨੂੰ ਵਿਸਾਰ ਦਿੱਤਾ ਫਿਰ ਇਹ ਜੀਵਨ ਧ੍ਰਿਗ ਹੋ ਗਿਆ। ਜਦੋਂ ਇਹ ਧ੍ਰਿਗ ਹੋ ਗਿਆ ਤੇ ਖੁਆਰੀ ਪੱਲੇ ਪੈ ਗਈ। ਹਰ ਬਿਸਰਤ ਸਦਾ ਖੁਆਰੀ, ਉਹ ਖੁਆਰੀ ਪੱਲੇ ਪੈ ਗਈ। ਦੁੱਖ ਪੱਲੇ ਪੈ ਗਏ, ਰੋਗ ਪੱਲੇ ਪੈ ਗਏ, ਚਿੰਤਾਵਾਂ ਪੱਲੇ ਪੈ ਗਈਆਂ। ਕਿਉਂ ਪੈ ਗਈਆਂ? ਖਸਮ ਵਿਸਾਰ, ਅਸੀਂ ਉਹਨੂੰ ਵਿਸਾਰ ਦਿੱਤਾ, ਅਸੀਂ ਉਹਨੂੰ ਭੁਲਾ ਦਿੱਤਾ। ਇਸ ਤਨ ਦੇ ਵਿੱਚ ਜੋ ਸਾਨੂੰ ਮਿਲਿਆ ਨਾ, ਅਸੀਂ ਹਰ ਵੇਲੇ ਸ਼ੁਕਰਾਨਾ ਕਰਨਾ ਸੀ। ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ, ਔਰ ਅੱਜ ਦੇਖਿਆ ਜਾਏ ਤਾਂ ਸੁਖਮਨੀ ਸਾਹਿਬ ਦਾ ਪਾਠ ਕਿੰਨਾ ਹੋ ਰਿਹਾ ਹੈ, ਕਿੰਨਾ ਵੱਖ-ਵੱਖ ਥਾਵਾਂ ਉੱਤੇ ਬੜਾ ਪਾਠ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪਰ ਉਹਨੂੰ ਸਮਝਣਾ ਵੀ ਸੀ ਤੁਸੀਂ ਕਿ ਜਦੋਂ ਤਨ ਤੇ ਬਸਤਰ ਪਾਉਣਾ ਸੀ ਤੇ ਕਹਿਣਾ ਸੀ ਜਹ ਪ੍ਰਸਾਦ, ਇਹ ਜਿਹਦੀ ਕਿਰਪਾ ਨਾਲ ਮੈਂ ਤਨ ਤੇ ਇਹ ਬਸਤਰ ਹੰਡਾਰਿਆ ਨਾ, ਕਮ ਸੇ ਕਮ ਉਹਨੂੰ ਤਾਂ ਧਿਆ ਲਵਾਂ। ਜਦੋਂ ਅਸੀਂ ਕੁਝ ਖਾਣਾ ਸੀ ਤੇ ਕਹਿਣਾ ਸੀ ਵਾਹਿਗੁਰੂ ਇਹ ਤੇਰੀ ਕਿਰਪਾ ਨਾਲ ਮਿਲਿਆ ਹੈ, ਕਿਉਂਕਿ ਕਈਆਂ ਨੂੰ ਤੇ ਖਾਣਾ ਵੀ ਨਸੀਬ ਨਹੀਂ ਹੁੰਦਾ। ਜਹ ਪ੍ਰਸਾਦ ਛਤੀ ਅੰਮ੍ਰਿਤ ਖਾਏ,
ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਇਹ 36 ਪਦਾਰਥ ਖਾਂਦਾ ਪਿਆ ਹੈ, ਕਮ ਸੇ ਕਰ ਉਹਨੂੰ ਤਾਂ ਧਿਆ ਲੈ। ਸਾਰੀ ਅਸ਼ਟਪਦੀ ਵਿੱਚ ਜ਼ਿਕਰ ਕੀਤਾ ਗਿਆ ਕਿ ਤੈਨੂੰ ਕੰਚਨ ਵਰਗੀ ਦੇਹੀ ਦਿੱਤੀ ਹੈ, ਤੈਨੂੰ ਅਰੋਗ ਚਲਦੀ ਫਿਰਦੀ ਦੇਹੀ ਦਿੱਤੀ ਹੈ ਮਾਲਕ ਨੇ, ਤੂੰ ਕਮ ਸੇ ਕਮ ਉਹਨੂੰ ਤਾਂ ਧਿਆ ਲੈਂਦਾ। ਆ ਵੇਖਣ ਨੂੰ ਮਿਲਦੇ ਨੇ ਜਦੋਂ ਚੱਲੀਦਾ ਨਾ ਬਾਹਰ, ਤੁਹਾਨੂੰ ਵੀ ਵੇਖਣ ਨੂੰ ਮਿਲਦੇ ਨੇ, ਐਸੇ ਐਸੇ ਪ੍ਰਾਣੀ ਮਿਲਦੇ ਨੇ ਕਿ ਜਿਨ੍ਹਾਂ ਦੇ ਸਰੀਰ ਗਲੇ ਹੁੰਦੇ ਨੇ ਔਰ ਉਹਨਾਂ ਦੇ ਗਲੇ ਹੋਏ ਸਰੀਰ ਵਿੱਚ ਕੀੜੇ ਚੱਲ ਰਹੇ ਹੁੰਦੇ ਨੇ। ਉੱਥੇ ਫਿਰ ਨਿਕਲਦਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਸ਼ੁਕਰ ਹੈ ਮਾਲਕਾ ਕਿ ਆ ਕੰਚਨ ਵਰਗੀ ਦਹੀਂ ਮੈਨੂੰ ਦਿੱਤੀ ਹੈ, ਮੈਂ ਤਾਂ ਵੀ ਨਾ ਸ਼ੁਕਰਾ, ਤੇਰਾ ਸ਼ੁਕਰਾਨਾ ਨਹੀਂ ਕਰਦਾ। ਦਹੀਂ ਕੰਚਨ ਵਰਗੀ ਲੈ ਕੇ ਭੱਜਿਆ ਦੌੜਿਆ ਫਿਰਦਾ। ਕਈ ਉਹ ਵੀ ਨੇ ਜਿਨ੍ਹਾਂ ਦੇ ਜਿਹੜੇ ਮੌਤ ਮੰਗਦੇ ਨੇ ਉਹ ਵੀ ਨਹੀਂ ਮਿਲਦੀ, ਮੰਜੇ ਤੇ ਪਏ ਤੜਪਦੇ ਪਏ ਨੇ, ਉਹ ਕਹਿੰਦੇ ਸਾਡੇ ਕੋਲੋਂ ਇਹ ਦੁੱਖ ਨਹੀਂ ਝੱਲਿਆ ਜਾਂਦਾ, ਸਾਨੂੰ ਮੌਤ ਹੀ ਮਿਲ ਜਾਏ, ਪਰ ਅਸੀਂ ਚੰਗੇ ਭਲੇ ਤੁਰੇ ਫਿਰਦੇ ਹਾਂ। ਚਲੋ ਕੁਦਰਤੀ ਤੌਰ ਤੇ ਕਿਸੇ ਕੋਲ ਸਰੀਰਕ ਅੰਗ ਨਾ ਹੋਣ, ਅਸੀਂ ਕਹਿ ਸਕਦੇ ਹਾਂ ਮਜਬੂਰੀ ਹੈ। ਇੱਥੇ ਤੇ ਉਹ ਬੰਦੇ ਵੇਖੇ ਨੇ ਜਿਨ੍ਹਾਂ ਦੇ ਹੱਥ ਪੈਰ ਚੱਲਦੇ ਨੇ ਫਿਰ ਵੀ ਮੰਗਣ ਤੁਰੇ ਹੋਏ ਨੇ। ਤੇ ਕਈਆਂ ਨੇ ਤਾਂ ਐਸੀ ਹਾਲਤ ਬਣਾ ਲਈ ਹੁੰਦੀ ਹੈ ਕਿ ਇੱਕ ਬਾਂਹ ਅੰਦਰ ਕਰਕੇ ਤੇ ਇੱਕ ਬਾਂਹ ਅੱਗੇ ਮੰਗਣ ਵਾਸਤੇ ਹੱਥ ਅੱਗੇ ਕੀਤਾ ਹੁੰਦਾ ਹੈ, ਤੇ ਉਹ ਕਹਿੰਦੇ ਸਾਡੀ ਤਾਂ ਬਾਂਹ ਰੱਬ ਨੇ ਦਿੱਤੀਆਂ ਨੇ, ਦੋਵੇਂ ਬਾਹਾਂ ਦੋਵੇਂ ਹੱਥ ਦਿੱਤੇ ਨੇ, ਪਰ ਫਿਰ ਵੀ ਉਹ ਆਪਣੀ ਹਾਲਤ ਉਦਾਂ ਦੀ। ਤੇ ਜਿਸ ਦਿਨ ਦੂਜੀ ਬਾਂਹ ਨੇ ਕੰਮ ਨਾ ਕੀਤਾ, ਪਤਾ ਉਸ ਦਿਨ ਲੱਗਣਾ ਹੈ। ਅੱਜ ਤੇ ਅਸੀਂ ਜਿਹੜਾ ਦੁਨੀਆ ਨੂੰ ਧੋਖਾ ਦੇ ਕੇ ਕੋਈ ਆਪਣੀ ਲੱਤ ਨੂੰ ਫੋਲਡ ਕਰਕੇ ਐਸਾ ਬਣਾ ਲੈਂਦਾ ਵੀ ਦੇਖਣ ਵਾਲਾ ਕਹਿੰਦਾ ਇਹਦੀ ਅੱਧੀ ਲੱਤ ਹੀ ਹੈ ਨਹੀਂ, ਕੋਈ ਕਹਿੰਦਾ ਇਹਦੀ ਇੱਕ ਬਾਂਹ ਹੈ ਹੀ ਨਹੀਂ, ਪਰ ਹੁੰਦਾ ਸਭ ਕੁਝ ਹੈ, ਪਰ ਉਹਨੇ ਮੰਗਣ ਵਾਸਤੇ ਹਾਸਲ ਕਰਨ ਲਈ ਇਹ ਖੇਡ ਰਚੀ ਹੁੰਦੀ ਹੈ। ਪਰ ਜਿਨ੍ਹਾਂ ਦੇ ਕੋਲ ਨਹੀਂ ਹੈ ਲੱਤਾਂ ਬਾਹਾਂ, ਉਹਨਾਂ ਨੂੰ ਪੁੱਛ ਕੇ ਵੇਖੋ, ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ, ਅਸੀਂ ਫਿਰ ਵੀ ਉਹਦਾ ਸ਼ੁਕਰਾਨਾ ਨਹੀਂ ਕਰਦੇ। ਅਸੀਂ ਉਹਨੂੰ ਵਿਸਾਰ ਦਿੱਤਾ। ਅਸੀਂ ਜਦੋਂ ਭੋਜਨ ਛਕਣਾ ਸੀ ਤਾਂ ਵੀ ਕਹਿਣਾ ਸੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਪਿੰਡੇ ਤੇ ਬਸਤਰ ਹੰਡਾਉਣੇ ਸੀ, ਜਾਂ ਜੀਵਨ ਵਿੱਚ ਜੋ ਅਸੀਂ ਸੁੱਖ ਭੋਗਦੇ ਪਏ ਹਾਂ ਹਰ ਵੇਲੇ ਉਹਦਾ ਸ਼ੁਕਰਾਨਾ ਕਰਨਾ ਸੀ। ਪਰ ਅਸੀਂ ਤੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਕੀਤਾ, ਪਰ ਉਹਨੂੰ ਚੇਤੇ ਨਹੀਂ ਕੀਤਾ, ਉਹਨੂੰ ਯਾਦ ਨਹੀਂ ਕੀਤਾ, ਉਹਦੇ ਨਾਮ ਦਾ ਅਭਿਆਸ ਨਹੀਂ ਕੀਤਾ। ਜੋ ਫਲ ਲੈਣ ਆਏ ਸੀ ਉਹ ਫਲ ਨਹੀਂ ਅਸੀਂ ਹਜੇ ਤੱਕ ਲੈ ਪਾਏ, ਫਿਰ ਸਾਡਾ ਜੀਵਨ ਖੁਆਰੀ ਹੋਣੀ ਹੈ, ਫਿਰ ਇਹ ਧਰਿਗ ਹੀ ਹੈ ਜੀਵਨ। ਸਾਡਾ ਅੰਦਰ ਹਰ ਵੇਲੇ ਭਾਂਡਾ ਦੁਖੀ ਰਹਿ ਰਿਹਾ, ਤਪ ਰਿਹਾ, ਉਹਦਾ ਕਾਰਨ ਕੀ ਸੀ? ਅਸੀਂ ਉਹਦੇ ਨਾਮ ਦੀ ਮੰਗ ਕੀਤੀ ਨਹੀਂ, ਨਾਮ ਮੰਗਿਆ। ਪਰ ਜਿਨ੍ਹਾਂ ਨੇ ਮੰਗਿਆ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ, ਮੁਬਾਰਕ ਹੈ ਉਹਨਾਂ ਨੂੰ। ਨਹੀਂ ਤਾਂ ਹਾਲਤ ਕੀ ਹੈ? ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਆਹ ਹਾਲ ਹੈ ਸੰਸਾਰ ਦਾ। ਇਸ ਲਈ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਬੰਦਿਆ, ਤੂੰ ਇਸ ਜਨਮ ਦੇ ਵਿੱਚ ਆ ਤੇ ਗਿਆ, ਪਰ ਤੂੰ ਇਸ ਜਨਮ ਦੀ ਕਦਰ ਨਹੀਂ ਕੀਤੀ। ਇਹਦਾ ਤੈਨੂੰ ਪਤਾ ਹੀ ਨਹੀਂ ਕਿੱਡਾ ਕੀਮਤੀ ਵੱਡਮੁੱਲਾ ਜਨਮ ਹੈ। ਬਸ ਖਾ ਲਿਆ, ਸੌਂ ਲਿਆ, ਜ਼ਿੰਦਗੀ ਹੰਢਾ ਲਈ, ਤੂੰ ਸੋਚਿਆ ਇਹੀ ਹੈ ਬਸ ਜਨਮ। ਪਰ ਇਸ ਦੇ ਵਿੱਚ ਤੂੰ ਖਸਮ ਪਰਮੇਸ਼ਵਰ ਨੂੰ ਵਿਸਾਰ ਦਿੱਤਾ। ਤੇਰੇ ਅੰਦਰ ਜਿਹੜਾ ਦੂਜਾ ਭਾਵ ਸੀ ਨਾ, ਉਸ ਦੂਜੇ ਭਾਵ ਨੇ, ਭਾਵ ਸੰਸਾਰ ਦੇ ਪਿਆਰ ਨੇ, ਨਾਸ਼ਵੰਤ ਪਦਾਰਥਾਂ ਦੇ ਮੋਹ ਨੇ ਤੈਨੂੰ ਨਿਰੰਕਾਰ ਦੇ ਨਾਲ ਜੁੜਨ ਨਹੀਂ ਦਿੱਤਾ। ਇਸ ਲਈ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ। ਤੇਰੇ ਅੰਦਰ ਜਦੋਂ ਤੱਕ ਦੂਜਾ ਭਾਉ ਸੰਸਾਰ ਨਾਸ਼ਵੰਤ ਪਦਾਰਥਾਂ ਦੀ ਭਾਵਨਾ ਬਣੀ ਰਹੇਗੀ, ਔਰ ਤੇਰਾ ਖਾਦਾ ਪੀਤਾ ਸਭ ਕੁਝ ਬੇਕਾਰ, ਕਿਸੇ ਲੇਖੇ ਵਿੱਚ ਨਹੀਂ ਲੱਗੇਗਾ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਅਲਾਓ। ਹੁਣ ਧਿਆਨ ਰੱਖਿਓ, ਜਿਹਦੇ ਅੰਦਰ ਹਰ ਭਗਤ ਨਾ ਭਾਓ, ਤੇ ਜਿਹਦੇ ਅੰਦਰ ਮਨ ਵਿੱਚ ਦੂਜਾ ਭਾਓ ਹੈ, ਉਹਦੀ ਹਾਲਤ ਪਤਾ ਕੀ ਹੈ? ਉਹਦੇ ਵੇਖਣ ਵਿੱਚ ਵੀ ਝੂਠ, ਉਹਦੇ ਸੁਣਨ ਵਿੱਚ ਵੀ ਝੂਠ, ਔਰ ਉਹਦੇ ਬੋਲਣ ਵਿੱਚ ਵੀ ਝੂਠ। ਕਿਉਂਕਿ ਉਹ ਝੂਠ ਨਾਲ ਮੋਹ ਪਾ ਕੇ ਬੈਠਾ ਨਾ। ਤੇ ਝੂਠ ਕੀ ਸੀ? ਜਗ ਰਚਨਾ ਸਭ
ਝੂਠ ਹੈ ਜਾਣ ਲਿਓ ਰੇ ਮੀਤ। ਸਾਨੂੰ ਸੱਚ ਨਾਲ ਜੋੜਨ ਲਈ ਗੁਰੂ ਦੁਆਰਾ ਆ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਇਹ ਦਿੱਤੀ ਹੈ। ਇੱਥੇ ਇੱਕ ਹੋਰ ਬੇਨਤੀ ਕਰਾਂ, ਗੁਰਦੁਆਰਾ ਕਦੇ ਵੀ ਛੋਟਾ ਨਹੀਂ ਜੇ ਹੁੰਦਾ। ਕਦੇ ਗੁਰਦੁਆਰਾ ਵੀ ਛੋਟਾ ਹੋਇਆ? ਅਸੀਂ ਕਹਿੰਦੇ ਹਾਂ ਵੀ ਗੁਰਦੁਆਰਾ ਜਿਹੜਾ ਇਹ ਛੋਟਾ, ਗੁਰਦੁਆਰਾ ਕਦੇ ਛੋਟਾ ਨਹੀਂ ਜੇ ਹੁੰਦਾ। ਗੁਰੂ ਤਾਂ ਵੱਡਾ ਹੈ, ਸਭ ਤੇ ਵੱਡਾ। ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇੱਕ ਪਾਸੇ ਕਹਿੰਦੇ ਆ ਸਤਿਗੁਰੂ ਬੜਾ ਵੱਡਾ ਹੈ ਤੇ ਦੂਜੇ ਪਾਸੇ ਕਹਿੰਦੇ ਆ ਗੁਰਦੁਆਰਾ ਛੋਟਾ। ਨਹੀਂ, ਬਿਲਡਿੰਗ ਛੋਟੀ ਹੋ ਸਕਦੀ ਹੈ। ਬਿਲਡਿੰਗ ਜਿਹੜੀ ਬਣਾਈ ਹੈ ਨਾ ਉਹ ਛੋਟੀ ਹੋ ਸਕਦੀ ਹੈ, ਗੁਰਦੁਆਰਾ ਛੋਟਾ ਨਹੀਂ ਹੋ ਸਕਦਾ। ਗੁਰੂ ਦਾ ਦਰ ਤੇ ਹਮੇਸ਼ਾ ਵੱਡਾ ਹੈ, ਵੱਡਾ ਹੀ ਰਹੇਗਾ। ਪਰ ਜਿਹੜੀ ਬਿਲਡਿੰਗ ਸੀ ਉਹ ਛੋਟੀ ਤੋਂ ਵੱਡੀ ਹੋ ਸਕਦੀ ਹੈ, ਪਰ ਗੁਰੂ ਨਹੀਂ ਅਸੀਂ ਕਹਿ ਸਕਦੇ ਵੀ ਗੁਰੂ ਛੋਟਾ ਹੈ। ਪਰ ਆਪਾਂ ਸ਼ਬਦਾਵਲੀ ਵਰਤ ਦਿੰਦੇ ਆ, ਇਹ ਮਾਫ ਕਰਨਾ। ਗੁਰੂ ਹਮੇਸ਼ਾ ਵੱਡਾ ਹੈ, ਗੁਰੂ ਦਾ ਦਰ ਵੀ ਵੱਡਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਉਹਦਾ ਦਰਬਾਰ ਵੱਡਾ ਹੈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਜਗ ਰਚਨਾ ਸਭ ਝੂਠ ਹੈ। ਬੰਦਿਆ ਤੂੰ ਝੂਠ ਨਾਲ ਜੁੜਿਆ ਹੋਇਆ, ਤੈਨੂੰ ਗੁਰਦੁਆਰਾ ਦਿੱਤਾ ਸੀ ਸੱਚ ਨਾਲ ਜੁੜਨ ਵਾਸਤੇ, ਜਿੱਥੇ ਆ ਕੇ ਤੂੰ ਸਮਝ ਸਕੇ ਕਿ ਇਹਨਾਂ ਕੰਨਾਂ ਨੂੰ ਸੁਣਨ ਦੀ ਸਰੋਤ ਨੂੰ ਤੈਨੂੰ ਕਿਉਂ ਦਿੱਤਾ ਸੀ। ਸੱਚ ਹੈ ਸੁਣਨੇ ਨੂੰ ਪਠਾਏ, ਤੈਨੂੰ ਦਿੱਤਾ ਸੀ ਸੁਣੋ ਸੱਚ ਬਾਣੀ। ਤੂੰ ਸੱਤ ਦੀ ਬਾਣੀ ਨੂੰ ਸੁਣਨਾ ਸੀ, ਪਰ ਤੂੰ ਕੀ ਹੋਇਆ, ਤੂੰ ਹਮੇਸ਼ਾ ਝੂਠ ਹੀ ਸੁਣਦਾ ਰਿਹਾ। ਤੂੰ ਕੰਨਾਂ ਦੇ ਵਿੱਚ ਤੈਨੂੰ ਝੂਠ ਦਾ ਹੀ ਰਸ ਪੈ ਗਿਆ, ਤੈਨੂੰ ਹੁਣ ਸੱਚ ਸੁਣਨਾ ਚੰਗਾ ਹੀ ਨਹੀਂ ਲੱਗਦਾ। ਜਦੋਂ ਸੱਚ ਕਿਤੇ ਸੁਣਨਾ ਪੈ ਜਾਏ ਤੇ ਬੜਾ ਔਖਾ ਹੁੰਦਾ ਹੈ, ਜੇ ਝੂਠ ਸੁਣਨਾ ਹੋਵੇ ਤੇ ਤੈਨੂੰ ਬੜਾ ਰਸ ਆਉਂਦਾ ਹੈ। ਪਰ ਗੁਰੂ ਸਾਹਿਬ ਨੇ ਕਿਹਾ ਸੀ ਜੇ ਮਨੁੱਖਾ ਜਨਮ ਸਫਲ ਕਰਨਾ ਚਾਹੁੰਦੇ ਹੋ ਤਾਂ ਸੁਣੋ ਸੱਤ ਬਾਣੀ, ਹਮੇਸ਼ਾ ਸੱਤ ਦੀ ਬਾਣੀ ਸੁਣਿਆ ਕਰੋ। ਪਰ ਸਾਡੇ ਕੰਨਾਂ ਵਿੱਚ ਕੱਚੀ ਬਾਣੀ ਪਾ ਦਿੱਤੀ ਗਈ, ਕੱਚੀ ਬਾਣੀ ਦਾ ਰਸ ਘੋਲ ਦਿੱਤਾ। ਸੱਚੀ ਬਾਣੀ ਦਾ ਉਨਾ ਸਵਾਦ ਨਹੀਂ ਆਉਂਦਾ ਜਿੰਨਾ ਕੱਚੀ ਬਾਣੀ ਦਾ ਆਉਂਦਾ ਹੈ। ਸਾਡੀਆਂ ਅੱਖਾਂ ਸੱਚ ਦੇਖਣਾ ਹੀ ਨਹੀਂ ਚਾਹੁੰਦੀਆਂ, ਸੱਚ ਵੇਖ ਕੇ ਵੀ ਸੱਚ ਨਹੀਂ ਵੇਖਣਾ ਚਾਹੁੰਦੀਆਂ, ਕਿਉਂਕਿ ਝੂਠ ਵੇਖਣ ਦੀ ਆਦਤ ਪੈ ਚੁੱਕੀ ਹੈ। ਸਾਡੀ ਜ਼ੁਬਾਨ ਸੱਚ ਬੋਲਣਾ ਹੀ ਨਹੀਂ ਚਾਹੁੰਦੀ ਹੈ। ਸੱਚ ਬੋਲਣ ਵਾਲਿਆਂ ਦੇ ਕੋਲ ਅਸੀਂ ਬੈਠ ਵੀ ਨਹੀਂ ਸਕਦੇ ਹਾਂ, ਕਿਉਂਕਿ ਸਾਡੀ ਜ਼ੁਬਾਨ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ। ਹੁਣ ਇਹ ਸਭ ਕੁਝ ਝੂਠ ਦਾ ਹੀ ਜਿਹੜਾ ਸੀ ਪੁਲੰਦਾ ਬਣ ਕੇ ਰਹਿ ਗਿਆ। ਦੇਖਣਾ ਝੂਠਾ, ਬੋਲਣਾ ਝੂਠਾ, ਜਿਹੜਾ ਸੁਣਨਾ ਝੂਠਾ ਸੀ। ਕਿਉਂ? ਕਿਉਂਕਿ ਜਗ ਰਚਨਾ ਸਭ ਝੂਠ ਹੈ ਤੇ ਝੂਠ ਨਾਲ ਹੀ ਇਹਨੇ ਮੋਹ ਪਾ ਲਿਆ। ਤੇ ਦੂਜੇ ਪਾਸੇ ਸਤਿਗੁਰੂ ਬਾਦਸ਼ਾਹ ਬਾਣੀ ਵਿੱਚ ਕਹਿੰਦੇ, ਜੇ ਸਾਹਿਬ ਨੇ ਕਿਹਾ ਨਾ ਸੁਣੋ ਸਤ ਬਾਣੀ, ਤੇ ਦੂਜੇ ਪਾਸੇ ਗਿਆ ਕਹਿਣ ਲੱਗੇ ਗਾਵੋ ਸੱਚੀ ਬਾਣੀ। ਆਪਣੀ ਰਸਨਾ ਤੋਂ ਤੂੰ ਸੱਚੀ ਬਾਣੀ ਨੂੰ ਗਾਇਆ ਕਰ, ਪਰ ਜੇ ਝੂਠ ਛੱਡਾਂਗੇ ਤੇ ਸੱਚੀ ਬਾਣੀ ਨੂੰ ਗਾਵਾਂਗੇ। ਕੰਨਾਂ ਵਿੱਚ ਝੂਠ ਨੂੰ ਦਾ ਤਿਆਗ ਕਰਾਂਗੇ ਤਾਂ ਹੀ ਸੱਤ ਦੀ ਬਾਣੀ ਦਾ ਰਸ ਸਾਡੇ ਕੰਨਾਂ ਵਿੱਚ ਪਏਗਾ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੂੰ ਕੂੜ ਨਾਲ ਭਰਿਆ ਪਿਆ ਅੰਦਰੋਂ ਬਾਹਰੋਂ, ਜਿੰਨਾ ਮਰਜੀ ਸੱਚਾ ਹੋ ਕੇ ਦਿਖਾ ਲੈ, ਪਰ ਸੱਚ ਜਾਣੀ ਤੂੰ ਅੰਦਰੋਂ ਤਾਂ ਕੂੜ ਹੀ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦੁਨੀਆ ਭਾਵੇਂ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਕਹੀ ਜਾਏ, ਕਿਉਂਕਿ ਦੁਨੀਆ ਨੂੰ ਪਤਾ ਹੀ ਨਹੀਂ ਇਹਦੇ ਮਨ ਵਿੱਚ ਕੀ ਹੈ ਤੇ ਇਹਦੇ ਮੁਖ ਵਿੱਚ ਕੀ ਹੈ, ਦੁਨੀਆ ਨੂੰ ਨਹੀਂ ਪਤਾ। ਪਰ ਜਦੋਂ ਗੁਰੂ ਦਰ ਤੇ ਆਓਗੇ ਨਾ ਤੇ ਗੁਰੂ ਸਾਹਿਬ ਨੇ ਚੁੱਕ ਕੇ ਵੱਖਰਾ ਕਰ ਦੇਣਾ ਹੈ। ਕਿਉਂ? ਕਿਉਂਕਿ ਸਾਹਿਬ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਾਂਡੇ ਮੈਨੇ ਕੱਢ ਦਿੱਤਾ, ਤੂੰ ਤੇ ਕੱਚਾ ਹੈ ਹਜੇ, ਤੂੰ ਹਜੇ ਪੱਕਾ ਸਿੱਖ ਨਹੀਂ ਬਣਿਆ, ਤੂੰ ਤੇ ਕੱਚਾ ਹੈ, ਕਿਉਂਕਿ ਹਜੇ ਝੂਠ ਨਾਲ ਜੁੜਿਆ, ਹਜੇ ਸੱਚ ਨਾਲ ਜੁੜਨਾ ਨਹੀਂ ਆਇਆ। ਤੇ ਦੂਜੇ ਪਾਸੇ ਗੁਰਬਾਣੀ ਵਿੱਚ ਸਮਝਾਇਆ ਸੀ, ਕਹਿਣ ਲੱਗੇ ਕੂੜ ਕੂੜੈ ਨੇਹਾਂ ਲੱਗਾ ਵਿਸਰਿਆ ਕਰਤਾਰ। ਸਾਡਾ ਨੇ ਕੂੜ ਨਾਲ ਲੱਗਾ ਹੋਇਆ, ਅਸੀਂ ਸੱਚ ਕਿੱਥੋਂ ਸੁਣ ਲਾਂਗੇ? ਸਾਡਾ ਨੇ, ਸਾਡੀ ਪ੍ਰੀਤ, ਸਾਡੀ ਸਾਂਝ ਹੀ ਝੂਠੇ ਬੰਦੇ ਨਾਲ ਹੈ, ਅਸੀਂ ਸੱਚ ਕਿੱਥੋਂ ਬੋਲ ਲਾਂਗੇ ਤੇ ਸੱਚ ਕਿੱਥੋਂ ਸੁਣ ਲਾਂਗੇ? ਕਹਿੰਦੇ ਕੂੜ ਕੂੜੈ ਨੇਹਾਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਸਾਰਾ ਜਗਤ ਹੀ ਚੱਲਣ ਹਾਰ ਹੈ, ਤੂੰ ਇਹ ਝੂਠ ਨਾਲ ਨਹੀਂ, ਤੂੰ ਸੱਤ ਨਾਲ ਪ੍ਰੀਤ ਪਾ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਕਹਿੰਦੇ ਜਿਹੜਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਨਾ, ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ
ਧਨ ਹਮਾਰਾ ਮੀਤ, ਤੂੰ ਉਹਦੇ ਨਾਲ ਸਾਂਝ ਪਾਉਂਦਾ ਤੇ ਫਿਰ ਤੂੰ ਅੰਨਾ ਬੋਲਾ ਨਹੀਂ ਸੀ ਹੋਣਾ। ਹੁਣ ਅੰਨਾ ਬੋਲਾ ਕੌਣ ਹੋਇਆ? ਮਾਇਆ ਧਾਰੀ ਅਤ ਅੰਨਾ ਬੋਲਾ। ਅੰਨਾ ਬੋਲਾ ਦਾ ਮਤਲਬ ਕੀ ਸੀ? ਨਾ ਇਹਨੂੰ ਸੱਚ ਦਿਸਦਾ ਤੇ ਨਾ ਸੱਚ ਇਹਨੂੰ ਸੁਣਦਾ। ਇਹਨੂੰ ਤਾਂ ਬਸ ਝੂਠ ਹੀ ਦਿਸਦਾ ਤੇ ਝੂਠ ਵਾਲੇ ਪਾਸੇ ਹੀ ਚੱਲਦਾ, ਝੂਠ ਹੀ ਇਹਨੂੰ ਸੁਣਾਈ ਦਿੰਦਾ ਤੇ ਝੂਠ ਹੀ ਇਹ ਬੋਲਦਾ, ਕਿਉਂਕਿ ਜੁੜਿਆ ਹੀ ਕੂੜ ਨਾਲ ਹੋਇਆ। ਜਿਹੜਾ ਸਚਿਆਰ ਹੋ ਗਿਆ ਗੁਰੂ ਦੇ ਦਰ ਤੇ ਆ ਕੇ, ਉਹ ਕਦੇ ਕੁੜਿਆਰ ਦੀ ਸੰਗਤ ਵਿੱਚ ਨਹੀਂ ਜਾ ਕੇ ਬਹਿੰਦਾ। ਕਹਿੰਦਾ ਵੀ ਅੱਜ ਤੋਂ ਭਾਈ ਤੇਰੀ ਮੇਰੀ ਨਹੀਂ ਬਣਨੀ। ਕਿਉਂ? ਕਿਉਂਕਿ ਮੈਂ ਹੁਣ ਸੱਚ ਦੇ ਰਾਹ ਤੁਰ ਪਿਆ ਤੇ ਤੁਸੀਂ ਕੂੜ ਦੇ ਰਾਹ ਤੁਰਦੇ ਹੋ। ਠੀਕ ਹੈ, ਜਿੰਨਾ ਚਿਰ ਸੱਚ ਨਹੀਂ ਸੀ ਪਤਾ ਲੱਗਾ ਤੁਹਾਡੇ ਵਿੱਚ ਉੱਠਦਾ ਬੈਠਦਾ ਸਾਂ, ਪਰ ਅੱਜ ਮੇਰਾ ਉੱਠਣਾ ਬੈਠਣਾ ਔਖਾ ਹੋ ਗਿਆ, ਕਿਉਂਕਿ ਅੱਜ ਮੈਂ ਸਚਿਆਰ ਬਣ ਗਿਆ। ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਤੇ ਜਦੋਂ ਕੋਈ ਸੰਗਤ ਵਿੱਚ ਆ ਕੇ ਬੈਠੇ ਨਾ, ਤੇ ਜੇ ਕੋਈ ਨਿੰਦਾ ਚੁਗਲੀ ਕਿਸੇ ਦੀ ਕਰਨ ਲੱਗ ਜਾਏ, ਬੁਰਿਆਈ, ਤੇ ਉਹ ਕਹੇਗਾ ਵੀ ਭਲਿਆ ਤੇਰੀ ਨਹੀਂ ਬਣਨੀ ਹੁਣ ਮੇਰੇ ਨਾਲ। ਕਿਉਂ? ਕਿਉਂਕਿ ਮੈਂ ਸਤਿਗੁਰੂ ਕੋਲ ਬੈਠਾ, ਹੁਣ ਮੈਂ ਤੇਰੇ ਕੋਲ ਨਹੀਂ ਬਹਿ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ। ਤੇ ਜੇ ਉਹਦੀ ਗੱਲ ਦਾ ਸਵਾਦ ਆ ਰਿਹਾ, ਫਿਰ ਕੀਰਤਨ ਦਾ ਸਵਾਦ ਤੇ ਆਉਣਾ ਹੀ ਕੋਈ ਨਹੀਂ, ਫਿਰ ਕਥਾ ਵਿਚਾਰ ਦਾ ਰਸ ਤੇ ਆਉਣਾ ਹੀ ਨਹੀਂ, ਕਿਉਂਕਿ ਰਸ ਦੂਜਾ ਕੰਨਾਂ 'ਚ ਪੈਣ ਲੱਗ ਪਿਆ। ਫਿਰ ਅਸੀਂ ਹਜੇ ਕੂੜ ਦੀ ਸੰਗਤ ਕਰਕੇ ਚਲੇ ਗਏ, ਹਜੇ ਅਸੀਂ ਸੱਚ ਦੀ ਸੰਗਤ ਨਹੀਂ ਕੀਤੀ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦੇਖ ਵੇਖਣ ਸੁਣਨਾ ਝੂਠ ਹੈ। ਤੇਰਾ ਵੇਖਣਾ ਵੀ, ਤੇਰਾ ਜਿਹੜਾ ਇਹ ਸੁਣਨਾ ਵੀ ਝੂਠ ਹੈ। ਮੁਖ ਝੂਠਾ ਆ ਲਾਓ, ਮੁਖ ਵਿੱਚੋਂ, ਖੱਖੇ ਨੂੰ ਸਿਹਾਰੀ ਹੈ, ਤੂੰ ਮੁਖ ਵਿੱਚੋਂ ਵੀ ਹਰ ਵੇਲੇ ਝੂਠ ਦਾ ਹੀ ਅਲਾਪ ਅਲਾਉਂਦਾ ਰਹਿਣਾ। ਤੂੰ ਹਰ ਵੇਲੇ ਮੁਖ ਵਿੱਚ ਝੂਠ ਹੀ ਜਿਹੜਾ, ਉਹ ਝੂਠ ਵੀ ਕਈਆਂ ਦਾ ਇੰਨਾ ਸਫੇਦ ਹੁੰਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਵੀ ਇਹ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ। ਇਸ ਲਈ ਕਹਿ ਰਹੇ ਨੇ ਕਿ ਤੇਰਾ ਖਾਦਾ ਪੀਤਾ ਵੀ ਬੇਕਾਰ ਚਲਾ ਗਿਆ, ਤੇਰੇ ਜਨਮ ਦਾ ਫਲ ਵੀ ਤੈਨੂੰ ਨਹੀਂ ਮਿਲਿਆ, ਔਰ ਤੇਰਾ ਵੇਖਣਾ ਸੁਣਨਾ ਤੇ ਬੋਲਣਾ ਵੀ ਝੂਠ ਦੇ ਨਾਲ ਹੀ ਜੁੜਿਆ ਹੋਇਆ ਹੈ। ਇਸ ਲਈ ਤੂੰ ਬੋਲਦਾ ਵੀ ਝੂਠ, ਦੇਖਦਾ ਵੀ ਝੂਠ, ਔਰ ਸੁਣਦਾ ਵੀ ਤੂੰ ਝੂਠ ਹੀ ਹੈ। ਨਾਨਕ ਨਾਮ ਸਲਾਹੇ ਤੂੰ, ਹੋਰ ਹਉਮੈ ਆਵੋ ਜਾਓ। ਫਿਰ ਪੁੱਛਿਆ ਗੁਰੂ ਨਾਨਕ ਸਾਹਿਬ ਜੀ, ਤੁਸੀਂ ਹੀ ਦੱਸ ਦਿਓ। ਤੁਸੀਂ ਕਹਿੰਦੇ ਪਏ ਹੋ ਕਿ ਜਨਮ ਦਾ ਫਲ ਜਿਹੜਾ ਤੂੰ ਹੁਣ ਤੱਕ ਇਕੱਠਾ ਕੀਤਾ ਉਹ ਕਿਸੇ ਗਿਣਤੀ 'ਚ ਨਹੀਂ ਆਉਣਾ। ਮੈਂ ਤੇ ਗਿਣਤੀ ਕਰਦਾ ਕਰਦਾ ਅਰਬਾਂ ਖਰਬਾਂ ਤੱਕ ਪਹੁੰਚ ਗਿਆ। ਮੈਨੂੰ ਤੇ ਬੜਾ ਮਾਣ ਸੀ ਕਿ ਅੱਜ ਮੈਂ ਲੱਖਪਤੀ ਬਣ ਗਿਆ। ਮੈਨੂੰ ਤੇ ਬੜਾ ਮਾਣ ਸੀ ਅੱਜ ਮੈਂ ਅਰਬਪਤੀਆਂ ਵਿੱਚ ਆਉਣ ਲੱਗ ਪਿਆ। ਮੈਨੂੰ ਬੜਾ ਮਾਣ ਸੀ ਕਿ ਅੱਜ ਮੈਂ ਵੱਡੇ ਵੱਡੇ ਜਿਹੜੇ ਸੰਪਤੀ ਨੇ, ਧਨ ਸੰਪਤੀ, ਉੱਚੇ ਉੱਚੇ ਅਹੁਦੇਦਾਰ, ਮੇਰਾ ਉਹਨਾਂ ਵਿੱਚ ਉੱਠਣਾ ਬੈਠਣਾ ਜਿਹੜਾ ਉਹ ਹੋ ਗਿਆ। ਪਰ ਤੁਸੀਂ ਤੇ ਸਾਰਿਆਂ ਤੇ ਪਾਣੀ ਫੇਰ ਕੇ ਕਹਿ ਦਿੱਤਾ ਕਿਸੇ ਗਿਣਤੀ ਵਿੱਚ ਨਹੀਂ, ਕੋਈ ਗਿਣਤੀ ਨਹੀਂ ਤੇਰੀ। ਇਹ ਜਨਮ ਵਿੱਚ ਕੋਈ ਗਿਣਤੀ ਤੇਰੀ ਕਿਸੇ ਗਿਣਤੀ ਵਿੱਚ ਨਹੀਂ ਤੂੰ ਆਏਗਾ। ਮਹਾਰਾਜ ਜੀ ਬਹੁਤ ਵੱਡਾ ਹਲੂਣਾ ਮਿਲ ਗਿਆ, ਬਹੁਤ ਵੱਡਾ ਇੱਕ ਝਟਕਾ ਜਿਹਾ ਲੱਗ ਗਿਆ। ਕਿਸੇ ਅਰਬਪਤੀ ਨੂੰ ਤੁਸੀਂ ਕਹੋ ਤੂੰ ਤਾਂ ਕੌਡੀ ਦਾ ਵੀ ਨਹੀਂ ਹੈ, ਉਹਨੂੰ ਰਾਤ ਨੂੰ ਨੀਂਦ ਕੋਈ ਨਹੀਂ ਆਏਗੀ ਵੀ ਮੈਂ ਤੇ ਸਾਰੀ ਉਮਰ ਅਰਬਪਤੀ ਦਾ ਭੁਲੇਖਾ ਲਾਉਂਦਾ ਰਿਹਾ, ਆਹ ਬੰਦੇ ਨੇ ਮੈਨੂੰ ਕਿਹਾ ਤੂੰ ਕੌਡੀ ਦਾ ਵੀ ਨਹੀਂ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੂਜੀ ਗੱਲ ਕਹੀ ਕਿ ਤੇਰਾ ਖਾਦਾ ਪੀਤਾ ਹੁਣ ਤੱਕ ਦਾ ਸਾਰਾ ਬੇਕਾਰ ਚਲਾ ਗਿਆ, ਸਭ ਅਪਵਿੱਤਰ ਹੋ ਗਿਆ। ਕੁਝ ਵੀ ਤੇਰੇ ਕਹਿਣ ਲੱਗੇ ਕੰਮ ਤੇਰੀ ਜ਼ਿੰਦਗੀ ਨੂੰ ਸਵਾਰਨ ਵਿੱਚ ਕੁਝ ਵੀ ਜਿਹੜਾ ਉਹ ਲੇਖੇ ਵਿੱਚ ਨਹੀਂ ਤੇਰੇ ਜਿਹੜਾ ਉਹ ਲੱਗਾ। ਇੱਥੇ ਇੱਕ ਬੇਨਤੀ ਜ਼ਰੂਰ ਕਰਕੇ ਚੱਲਾਂਗਾ ਕਿ ਦੇਖੋ ਜਿਹੜਾ ਗੁਰੂ ਘਰ ਦਾ ਲੰਗਰ ਹੈ ਨਾ, ਇਹਨੂੰ ਸਦਾ ਪਿੱਛੇ ਜੇ ਵੀ ਬੇਨਤੀ ਕੀਤੀ ਸੀ ਕਿ ਇਹਨੂੰ ਸਵਾਦਲੇ ਪਦਾਰਥਾਂ ਵਿੱਚ ਨਾ ਬਦਲੀਏ। ਆਪਣੇ ਆਪਣੇ ਸਵਾਦ ਅਸੀਂ ਜਿਹੜੇ ਨੇ ਆ ਸਵਾਦ ਵੇਖਦੇ ਹੀ ਆ, ਕਿੱਥੇ ਗਏ ਹੁਣ ਸਾਡੇ ਸਵਾਦ? ਆ ਜਿਹੜੇ ਅਡੰਬਰ ਅਸੀਂ ਰਚੇ ਹੋਏ ਸੀ ਬਾਹਰ, ਜਿਹੜੇ ਅਸੀਂ ਇੰਨੇ ਸਟਾਲਾਂ ਦੇ ਸਟਾਲ ਲਾ ਲੈਂਦੇ ਸੀ, ਅੱਜ ਇੱਕ ਐਸਾ ਵਾਇਰਸ ਚੱਲਿਆ ਕਿ ਸਾਰੇ ਇੱਕ ਥਾਂ ਤੇ ਇਕੱਠੇ ਕਰਕੇ ਰੱਖ ਦਿੱਤੇ। ਉਸ ਫੈਸ਼ਨ ਦੀ ਦੁਨੀਆ ਵਿੱਚ ਰੰਗ ਬਰੰਗੇ ਬੇਅਦ ਘੜੇ ਕੱਪੜੇ ਸਾਡੇ ਤਨ ਉੱਤੇ ਆ ਗਏ ਸਨ ਕਿ ਚਲਦਿਆਂ ਵੀ ਸਮਾਜ ਵਿੱਚ ਸ਼ਰਮ ਆਉਂਦੀ ਸੀ ਕਿ ਬੇਢੰਗੇ ਕੱਪੜੇ ਤਨ ਤੇ ਪਾਈ ਫਿਰਦਾ ਹੈ। ਔਰ ਐਸੇ ਐਸੇ ਰਸ ਪਦਾਰਥ ਦੇਖੋ, ਆ ਜਿੰਨੇ ਵੀ ਮਾਰਕੀਟ ਬਾਜ਼ਾਰ ਭਰੇ ਪਏ ਨੇ,
ਜਿੰਨੇ ਵੀ ਹੋਟਲ ਜਿਹੜੇ ਭਰੇ ਪਏ ਨੇ, ਜਿੰਨੇ ਵੀ ਹਸਪਤਾਲ ਲੱਗੇ ਨੇ, ਇਹ ਬੰਦੇ ਵਾਸਤੇ ਹੀ ਨੇ ਕਿ ਕਿਸੇ ਪਸ਼ੂ ਜਾਨਵਰ ਵਾਸਤੇ ਨੇ? ਇਹ ਸਾਰੇ ਬੰਦੇ ਵਾਸਤੇ, ਕਿਉਂਕਿ ਬੰਦੇ ਨੇ ਆਪਣਾ ਜੀਵਨ ਖਾਣ ਪੀਣ ਤੇ ਹੀ ਜੋੜ ਦਿੱਤਾ ਕਿ ਵਧੀਆ ਤੋਂ ਵਧੀਆ ਖਾਣਾ, ਵਧੀਆ ਤੋਂ ਵਧੀਆ ਕੱਪੜਾ ਪਹਿਨਣਾ, ਪਰ ਇਹ ਭੁੱਲ ਹੀ ਗਿਆ ਕਿ ਮੇਰਾ ਜਨਮ ਕਾਹਦੇ ਵਾਸਤੇ ਹੋਇਆ। ਅਸੀਂ ਕਹਿੰਦੇ ਸੀ ਕਿ ਮੈਂ ਆਪਣੇ ਬੱਚੇ ਦੀ ਬਰਾਤ ਲੈ ਕੇ ਆਉਣੀ ਹੈ, ਤੁਸੀਂ 20-50 ਸਟਾਲ ਲਾਓਗੇ ਤਾਂ ਅਸੀਂ ਆਉਣਾ, ਨਹੀਂ ਤੇ ਅਸੀਂ ਜਿਹੜਾ ਨਹੀਂ ਆਉਣਾ, ਕਿਉਂਕਿ ਸਾਡੀ ਬਰਾਦਰੀ ਨੇ ਨਾਰਾਜ਼ ਹੋ ਜਾਣਾ। ਸਾਡੇ ਰਿਸ਼ਤੇਦਾਰ ਕਹਿਣਗੇ ਵੀ ਫਲਾਣਾ ਤੁਹਾਡੇ ਰਿਸ਼ਤੇਦਾਰ ਚੰਗਾ, ਤੁਸੀਂ ਇਹਨਾਂ ਨਾਲ ਆਪਣਾ ਮੁੰਡਾ ਵਿਆਹਿਆ, ਇਹਨਾਂ ਨੇ ਤੇ ਖਾਣ ਨੂੰ ਵਧੀਆ ਪਦਾਰਥ ਹੀ ਨਹੀਂ ਬਣਾਇਆ। ਫਿਰ ਅਸੀਂ ਆਖਿਆ ਵੀ ਸਾਡੇ ਤਾਂ 100 ਤੋਂ ਘੱਟ ਬੰਦਾ ਨਹੀਂ ਆ ਸਕਦਾ, ਤੁਸੀਂ ਦੇਖ ਲਓ ਵੀ ਧੀ ਨੂੰ ਵਿਆਹਣਾ ਕਿ ਨਹੀਂ, ਅਸੀਂ ਤੇ 100 ਤੋਂ ਘੱਟ ਆ ਹੀ ਨਹੀਂ ਸਕਦੇ, ਪਰ ਇੰਨਿਆਂ ਨੂੰ ਆਹ ਕੁਝ ਦੇਣਾ ਪਏਗਾ। ਤੇ ਅੱਜ ਤੁਸੀਂ ਇਹ ਸਾਰਾ ਅਡੰਬਰ ਰਚ ਕੇ ਵੇਖਿਓ, ਨਾਲ ਹੀ ਹੱਥ ਕੜੀ ਲੱਗ ਜਾਣੀ ਹੈ। ਅੱਜ ਬੰਦਾ ਕਹਿੰਦਾ ਵੀ ਨਹੀਂ, ਅੱਜ ਤਾਂ ਸਿਰਫ 11 ਹੀ ਜਿਹੜੇ ਨੇ ਉਹ ਲੈ ਕੇ ਚੱਲੀਏ ਤੇ ਸਧਾਰਨ ਤੌਰ ਤੇ ਆਨੰਦ ਕਾਰਜ ਵਿਵਾਹ ਕਰਕੇ ਘਰ ਆ ਜਾਈਏ ਤੇ ਘਰ ਜਿਹੜਾ ਆ ਕੇ ਸੁੱਖ ਨਾਲ ਰਹੀਏ। ਇਹ ਪਹਿਲਾਂ ਹੀ ਆਪਾਂ ਸੋਚ ਲੈਂਦੇ। ਕੁਦਰਤ ਨੇ ਜਦੋਂ ਸਾਨੂੰ ਇੱਕ ਹਲੂਣਾ ਦਿੱਤਾ ਤਾਂ ਵੀ ਤੇ ਆਪਾਂ ਸਮਝੇ ਆ ਨਾ, ਪਰ ਪਿਛਲੇ ਦਿਨੀ ਬੇਨਤੀ ਕੀਤੀ ਸੀ ਇਹ ਥੋੜਾ ਸਮਾਂ ਹੀ ਹੈ, ਜਦੋਂ ਸਾਰੇ ਰਾਹ ਖੁੱਲ ਗਏ ਨਾ ਅਸੀਂ ਫਿਰ ਉਦਾਂ ਦੇ ਹੀ ਹੋ ਜਾਣਾ, ਅਸੀਂ ਫਿਰ ਇਹ ਸਮਾਂ ਭੁੱਲ ਜਾਣਾ ਜਿਸ ਸਮੇਂ ਚੋਂ ਗੁਜ਼ਰੇ ਆ। ਕੋਸ਼ਿਸ਼ ਕਰੀਏ ਕਿ ਸਧਾਰਨਪਨ, ਸਾਦਾਪਨ ਸਾਡੇ ਜੀਵਨ ਦੇ ਵਿੱਚ ਬਣਿਆ ਰਵੇ, ਅਸੀਂ ਦੁਬਾਰਾ ਉਹਨਾਂ ਰੰਗਾਂ ਦੇ ਵਿੱਚ ਨਾ ਰੰਗੀਏ। ਕੋਸ਼ਿਸ਼ ਕਰਾਂਗੇ ਤੇ ਅੱਗੋਂ ਜੀਵਨ ਵਿੱਚ ਸੁੱਖ ਸਾਨੂੰ ਮਿਲੇਗਾ। ਖੈਰ, ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਸਾਹਿਬ ਜੀ ਕਹਿੰਦੇ ਤੇਰਾ ਹੁਣ ਤੱਕ ਦਾ ਖਾਦਾ ਪੀਤਾ ਸਾਰਾ ਬੇਕਾਰ ਚਲਾ ਗਿਆ, ਤੇਰਾ ਸੁਣਨਾ ਵੀ ਝੂਠ, ਤੇਰਾ ਵੇਖਣਾ ਵੀ ਝੂਠ, ਤੂੰ ਝੂਠ ਦਾ ਹੀ ਪੁਲੰਦਾ ਬਣ ਕੇ ਰਹਿ ਗਿਆ। ਤੇਰੇ ਅੰਦਰ ਬਾਹਰ ਬਸ ਝੂਠ ਹੀ ਝੂਠ ਹੈ, ਕਿਸੇ ਕੰਮ ਨਹੀਂ ਆਈ ਤੇਰੀ ਇਹ ਜ਼ਿੰਦਗੀ, ਇਹ ਜਨਮ ਲੇਖੇ ਨਹੀਂ ਲੱਗਾ। ਫਿਰ ਹੱਥ ਜੁੜ ਗਏ, ਸਤਿਗੁਰੂ ਕੀ ਕਰੀਏ ਦੱਸੋ, ਕੀ ਕਰਨਾ ਚਾਹੀਦਾ? ਤੇ ਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਸਲਾਹੇ ਤੂੰ, ਕਹਿਣ ਲੱਗੇ ਬੰਦਿਆ ਤੂੰ ਉਹਦੀ ਸਿਫਤ ਸਲਾਹ ਵਿੱਚ ਜੁੜਿਆ ਕਰ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੇਰੇ ਜਨਮਾਂ ਜਨਮਾਂ ਦੀ ਮਲ ਕੱਟੀ ਜਾਏਗੀ। ਤੂੰ ਬਾਹਰੋਂ ਜਿਹੜੀ ਹੈ ਉਹ ਮਿਹਨਤ ਕਰਕੇ ਲੱਖਪਤੀ ਕਰੋੜਪਤੀ ਬਣਿਆ, ਪਰ ਇੱਕ ਨੇ ਕਿਹਾ ਤੂੰ ਕੌਡੀ ਦਾ ਵੀ ਨਹੀਂ ਹੈ। ਤੇ ਜਿਹਨੂੰ ਦੁਨੀਆ ਕੌਡੀ ਦਾ ਕਹਿੰਦੀ ਹੈ ਨਾ, ਜਿਸ ਨੂੰ ਬਖਸ਼ੈ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਫਿਰ ਇਸ ਥਾਂ ਤੇ ਜੇ ਸਿਫਤੋ ਸਲਾਹ ਮਿਲ ਜਾਏ ਕਰਨ ਵਾਸਤੇ, ਫਿਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਵੀ ਬਣ ਜਾਂਦਾ ਹੈ। ਇਸ ਲਈ ਕਹਿ ਰਹੇ ਨੇ, ਕਹਿੰਦੇ ਨਾਨਕ ਗੁਰੂ ਨਾਨਕ ਸਾਹਿਬ ਜੀ, ਨਾਮ ਸਲਾਹੇ ਤੂੰ ਹੋਰ ਹੋਮੈ ਆਵੋ ਜਾਓ। ਇੱਕ ਪ੍ਰੇਮਾ ਭਗਤੀ ਦਾ ਅੰਦਰ ਜਾਗ ਲਾ ਲੈ ਔਰ ਉਹਦੀ ਸਿਫਤੋ ਸਲਾਹ ਦੇ ਵਿੱਚ ਜੁੜਿਆ ਕਰ। ਹੋਰ ਜਿੰਨੇ ਵੀ ਤੂੰ ਇਹ ਦੇਖ ਰਿਹਾ ਨਾ ਕਰਮ ਜਿਹੜੇ ਕਰ ਰਿਹਾ, ਇਹ ਸਾਰੇ ਹੋਮੇ ਦੇ ਵਿੱਚ ਪੈਂਦੇ ਨੇ। ਇੱਥੋਂ ਤੱਕ ਕਿ ਜੇ ਤੂੰ ਪ੍ਰੇਮਾ ਭਗਤੀ ਦਾ ਜਾਗ ਨਾ ਲਾਇਆ, ਤੇ ਜੇ ਤੂੰ ਤੀਰਥ ਵਰਤ ਦਾਨ ਪੁੰਨ ਬਹੁਤ ਕੁਝ ਕੀਤਾ, ਉੱਥੇ ਵੀ ਤੈਨੂੰ ਹੋਮੇ ਨੇ ਨਹੀਂ ਛੱਡਣਾ, ਉੱਥੇ ਵੀ ਤੈਨੂੰ ਹੰਕਾਰ ਨੇ ਨਹੀਂ ਛੱਡਣਾ। ਤੇ ਜੇ ਹੰਕਾਰ ਅੰਦਰ ਆਇਆ, ਫਿਰ ਆਵਣ ਜਾਣਾ ਤੇਰਾ ਮੁੱਕਣਾ ਹੀ ਨਹੀਂ, ਆਵਾਗਮਨ ਮੁੱਕਣਾ ਹੀ ਨਹੀਂ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਇਸ ਲਈ ਸਾਹਿਬ ਕਹਿੰਦੇ ਹੋਰ ਦਾ ਮਤਲਬ ਪ੍ਰੇਮਾ ਭਗਤੀ ਨੂੰ ਛੱਡ ਕੇ, ਉਹਦੀ ਜਿਹੜੀ ਸਿਫਤੋ ਸਲਾਹ ਤੂੰ ਕਰਨੀ ਹੈ, ਉਹਦੇ ਜਿਹੜੇ ਗੁਣ ਗਾਉਣੇ ਨੇ, ਉਹਨੂੰ ਛੱਡ ਕੇ ਹੋਰ ਸਭ ਕੁਝ ਹੋਮੇ ਦਾ ਕਾਰਨ ਬਣਦਾ ਹੈ। ਔਰ ਉਹੀ ਹੋਮੇ ਤੇਰੇ ਵਾਸਤੇ ਆਵੋ ਜਾਓ, ਆਵਣ ਜਾਣ ਵਾਸਤੇ ਤੇਰਾ ਚੱਕਰ ਬਣ ਜਾਂਦਾ ਹੈ। ਹੈਨ ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ। ਅਗਲਾ ਸ਼ਲੋਕ ਸਿਰਫ ਇੱਕ ਪੰਕਤੀ ਦਾ ਹੀ ਹੈ, ਜਿਹੜਾ ਇਹ 12 ਨੰਬਰ ਸ਼ਲੋਕ ਹੈ, ਸਿਰਫ ਇੱਕ ਪੰਕਤੀ ਦਾ ਹੀ ਹੈ। ਜਦੋਂ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਵੀ ਨਾਮ ਸਲਾਹੇ ਤੂੰ, ਸੰਸਾਰ ਦੇ ਵਿੱਚ ਕਿੰਨੇ ਕੁ ਨੇ ਨਾਮ ਸਿਫਤੋ ਸਲਾਹ ਵਿੱਚ ਜੁੜਨ ਵਾਲੇ, ਕਿੰਨੇ ਕੁ ਨੇ ਜਿਹੜੇ ਸੱਚੀ ਭਾਵਨਾ ਨਾਲ ਪ੍ਰੇਮਾ ਭਗਤੀ ਨਾਲ ਉਹਦੇ ਨਾਮ ਨਾਲ ਜੁੜੇ ਹੋਏ ਨੇ।
ਤੇ ਮਹਾਰਾਜ ਜੀ ਕਹਿੰਦੇ ਨੇ ਵਿਰਲੇ ਵਿਰਲੇ ਹੀ ਨੇ। ਬਾਹਰੋਂ ਵੇਖਣ ਨੂੰ ਤਾਂ ਹਜ਼ਾਰਾਂ ਨੇ, ਸੇਵਕ ਸਿੱਖ ਪੂਜਣ ਸਭ ਆਵੇ, ਸਾਰੇ ਹੀ ਨੇ। ਸਾਰੇ ਹੀ ਕਹਿੰਦੇ ਅਸੀਂ ਗੁਰੂ ਸਾਹਿਬ ਤੁਹਾਡੇ ਸਿੱਖ ਹਾਂ, ਤੇ ਜਦੋਂ ਗੁਰੂ ਨੇ ਕਸਵੱਟੀ ਤੇ ਲਾ ਕੇ ਵੇਖਿਆ ਤੇ ਵਿਰਲੇ ਹੀ ਰਹਿ ਜਾਣੇ ਨੇ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤੇ ਇੱਥੇ ਆ ਕੇ ਮੁੱਕਣੀ ਹੈ ਵੀ ਗੁਰੂ ਦੀ ਆਗਿਆ ਨੂੰ ਕਿਨੇ ਸਤ ਕਰਕੇ ਮੰਨਿਆ ਹੈ। ਇਸੇ ਲਈ ਆਖਿਆ ਸੀ ਕਿ ਦੁਨੀਆ ਦੇ ਵਿੱਚ ਵਿਰਲੇ ਨੇ, ਤੇ ਵਿਰਲੇ ਅੱਗੇ ਹੀ ਕਿਹਾ ਸੀ ਕੋਈ ਜਨ ਹਰ ਸਿਉ ਦੇਵੈ ਜੋਰ। ਕਹਿਣ ਲੱਗੇ ਕੋਈ ਜਨ ਜਿਹੜਾ ਆ ਕੇ ਮੈਨੂੰ ਹਰੀ ਨਾਲ ਜੋੜਨ ਵਾਲਾ ਮਿਲ ਜਾਏ, ਮੈਂ ਆਪਣਾ ਸਭ ਕੁਝ ਉਹਨੂੰ ਉਦੋਂ ਕੁਰਬਾਨ ਕਰ ਦਿਆਂਗਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜਹਿ ਪ੍ਰਾਣ ਅਕੋਰ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੜੀ ਕੀਮਤੀਆਂ ਹੁੰਦੀਆਂ ਨੇ, ਪਰ ਹੁੰਦੀਆਂ ਬਹੁਤ ਘੱਟ ਨੇ। ਹੀਰਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਚੰਦਨ ਦਾ ਜਿਹੜਾ ਰੁੱਖ ਹੈ ਇਹ ਕਿਤੇ ਕਿਤੇ ਹੁੰਦਾ, ਹਰ ਥਾਵਾਂ ਤੇ ਨਹੀਂ ਜੇ ਹੁੰਦਾ। ਜਿਵੇਂ ਚੰਦਨ ਹਰ ਥਾਂ ਤੇ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰੇਮਾ ਭਗਤੀ ਵਾਲੇ ਵੀ ਹਰ ਥਾਂ ਤੇ ਨਹੀਂ ਹੁੰਦੇ। ਜਿਸ ਤਰ੍ਹਾਂ ਹੀਰਾ ਆ ਬਨਾਵਟੀ ਜਿਹੜੇ ਨੇ ਗਹਿਣੇ ਤਾਂ ਸੋਨੇ ਦਾ ਪਾਣੀ ਫੇਰ ਕੇ ਤਾਂ ਸਾਰੇ ਹੀ ਪਾਈ ਫਿਰਦੇ ਨੇ, ਪਰ ਜਿਹੜਾ ਅਸਲ ਵਿੱਚ ਹੁੰਦਾ ਉਹ ਕਿਸੇ ਕਿਸੇ ਕੋਲ ਹੀ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਹੈਨ ਵਿਰਲੇ, ਵਿਰਲੇ ਨੇ ਉਹ ਜਿਹੜੀ ਉਹਦੀ ਸਿਫਤੋ ਸਲਾਹ ਵਿੱਚ ਮਨ ਕਰਕੇ ਪ੍ਰੇਮਾ ਭਗਤੀ ਦਾ ਜਾਗ ਲਾ ਕੇ ਜੁੜੇ ਹੋਏ ਨੇ। ਨਾਹੀ ਘਣੇ ਬਹੁਤੇ ਨਹੀਂ ਹਨ ਸੰਸਾਰ ਵਿੱਚ, ਫੈਲ ਫੱਕੜ ਸੰਸਾਰ। ਸੰਸਾਰ ਤੇ ਫੈਲ ਫੱਕੜਾਂ ਨਾਲ ਭਰਿਆ ਪਿਆ ਹੈ। ਸੰਸਾਰ ਤੇ ਗੰਦਗੀ ਫੈਲਾਉਣ ਵਾਲਿਆਂ ਨਾਲ ਭਰਿਆ ਪਿਆ ਹੈ। ਸੰਸਾਰ ਤੇ ਮੁਖ ਤੋਂ ਗੰਦਗੀ ਦੇ ਬੋਲ ਬੋਲਣ ਵਾਲਿਆਂ ਨਾਲ ਭਰਿਆ ਪਿਆ ਹੈ। ਸੰਸਾਰ ਤੇ ਵਿਕਾਰਾਂ ਨੂੰ ਫੈਲਾਉਣ ਵਾਲਾ, ਫੈਲ ਦਾ ਅਰਥ ਹੈ ਫੈਲਾਣਾ, ਕਿ ਜਿਹੜੇ ਗੰਦਗੀ ਵਿੱਚ ਫੈਲੇ ਹੋਏ ਔਰ ਗੰਦਗੀ ਨੂੰ ਫੈਲਾ ਰਹੇ ਨੇ। ਸੰਸਾਰ ਤੇ ਮਨਮੁਖਾਂ ਨਾਲ ਭਰਿਆ, ਸੰਸਾਰ ਤੇ ਕਰਮ ਕਾਂਡਾਂ ਨਾਲ ਭਰਿਆ ਪਿਆ, ਸੰਸਾਰ ਤੇ ਵਹਿਮ ਭਰਮ ਨਾਲ ਭਰਿਆ ਪਿਆ, ਸੰਸਾਰ ਗੰਦਗੀ ਨਾਲ ਭਰਿਆ ਪਿਆ। ਇਸ ਲਈ ਗੁਰਮੁਖ ਵਿਰਲੇ ਵਿਰਲੇ ਹਨ ਇਸ ਸੰਸਾਰ ਵਿੱਚ ਜਿਹੜੇ ਸੱਚੀ ਭਾਵਨਾ ਨਾਲ ਆਪਣੇ ਜਨਮ ਨੂੰ ਸਫਲ ਕਰਨ ਲਈ ਉਹਦੀ ਸਿਫਤੋ ਸਲਾਹ ਵਿੱਚ ਜੁੜਦੇ ਨੇ। ਤੇ ਜਿਹੜੇ ਜੁੜਦੇ ਨੇ ਨਾ ਉਹ ਗੰਦਗੀ 'ਚ ਪੈਂਦੇ ਨੇ ਤੇ ਨਾ ਕਿਸੇ ਨੂੰ ਗੰਦਗੀ 'ਚ ਪਾਉਂਦੇ ਨੇ। ਉਹ ਤਾਂ ਫਿਰ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਸੇ ਲਈ ਆਖਿਆ ਸੀ ਰਾਹ ਜਾਂਦੇ ਦੀ ਧੂੜ ਨਹੀਂ ਤੁਹਾਨੂੰ ਕਿਹਾ ਲੈਣ ਵਾਸਤੇ, ਤੁਹਾਨੂੰ ਆਖਿਆ ਸੀ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਧੂੜੀ ਦਾ ਅਰਥ ਸੰਗਤ। ਉਹਨਾਂ ਗੁਰਮੁਖਾਂ ਦੀ ਸੰਗਤ ਕਰੋ ਜਿਹੜੇ ਵਾਕਈ ਅੰਦਰੋਂ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ ਨੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਇਸ ਲਈ ਗੁਰੂ ਸਾਹਿਬ ਕਹਿੰਦੇ ਉਹ ਵਿਰਲੇ ਵਿਰਲੇ ਹੀ ਨੇ, ਬਹੁਤੇ ਉਹ ਨਹੀਂ ਸੰਸਾਰ ਦੇ ਵਿੱਚ। ਤੇ ਜਿਹੜੇ ਵਿਰਲੇ ਨੇ ਉਹਨਾਂ ਦੀ ਗੁਰਮੁਖਾਂ ਦੀ ਸੰਗਤ ਵਿੱਚ ਆਓ, ਆ ਕੇ ਅਰਦਾਸ ਕਰੋ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਅਰਦਾਸ ਕਰੋ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਹ ਸਾਡੀ ਤੁਹਾਡੀ ਅਰਦਾਸ ਹੈ। ਤੇ ਜਦੋਂ ਅਸੀਂ ਇਹ ਅਰਦਾਸ ਕਰਕੇ ਆਪਣੇ ਅੰਦਰ ਪ੍ਰੇਮਾ ਭਗਤੀ ਦਾ ਜਾਗ ਲਾ ਲਾਂਗੇ, ਸਾਨੂੰ ਅਸਲ ਜਨਮ ਦਾ ਫਲ ਪ੍ਰਾਪਤ ਹੋ ਜਾਏਗਾ। ਫਿਰ ਬੇਨਤੀ ਕਰਕੇ ਸਮਾਪਤੀ ਕਰਾਂ। ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਆਹ ਫਲ ਤੱਕ ਚੱਲਣ ਲਈ ਰੋਜ਼ ਅਭਿਆਸ ਕਰੀਏ, ਤੇ ਜਿੱਦਨ ਇਹ ਫਲ ਮਿਲ ਜਾਏਗਾ ਉਸ ਦਿਨ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣ ਜਾਏਗਾ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਵਾ ਲੈਣ। ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਨਿਤਨੇਮੀ ਬਾਣੇ ਬਾਣੀ ਦੇ ਧਾਰਨੀ ਸਤਿਗੁਰੂ ਜੀ ਬਣਾਉਣ। ਆਓ ਬੜੇ ਪਿਆਰ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਵੇਖਣ ਸੁਨਣਾ ਝੂਠ ਹੈ,
ਮੁਖ ਝੂਠਾ ਅਲਾਓ। ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵ ਜਾਓ। ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ